हाँ जी स्टूडेंट्स वेलकम कर दें तुहाडा टूर स्टडी क्लास यूट्यूब चैनल दे विच। इस वीडियो दे विच स्टूडेंट्स आपां BA ਸਮੈਸਟਰ ऑफ फस्ट दे लई हिस्टरी सबजैक्ट ਦਾ ਜਿਹੜਾ ਕਿ ਲੌਂਗ ਕੁਐਸਚਨ ਲੈ ਕੇ ਆਏ ਹਾਂ। ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਜਿਹੜੇ ਕਿ ਪ੍ਰਭਾਵ, ਜਿਵੇਂ ਕਿ ਤੁਹਾਨੂੰ ਕੁਐਸਚਨ ਆਉਂਦਾ ਤੇ ਸਟੂਡੈਂਟਸ ਇੰਪੋਰਟੈਂਟ ਕੁਐਸਚਨ ਜਿਹੜੇ ਹੈਗੇ ਨੇ ਉਹ ਮੈਂ ਆਲਰੇਡੀ ਵੀਡੀਓ ਅਪਲੋਡ ਕਰ ਚੁੱਕੀ ਹਾਂ ਤੇ ਤੁਹਾਡਾ ਜਿਹੜੇ ਕਿ ਨਿਊ ਪੇਪਰ ਪੈਟਰਨ ਉਹ ਵੀ ਅਪਲੋਡ ਕਰ ਚੁੱਕੇ ਹਾਂ। ਤੇ ਜਿਹੜਾ ਸਟੂਡੈਂਟਸ ਨੇ ਇੰਪੋਰਟੈਂਟ ਕੁਐਸਚਨ ਤੁਹਾਨੂੰ ਦੱਸੇ ਨੇ, ਮੈਂ ਸਾਰੇ ਕੁਐਸਚਨ ਤਾਂ ਦੱਸੇ ਨੇ ਕਿਉਂਕਿ ਹੋ ਸਕਦਾ ਜਿਹੜੇ ਚੈਪਟਰ ਦੇ ਮੈਂ ਤੁਹਾਨੂੰ ਕਹਾ ਛੱਡਣ ਨੂੰ ਤੁਸੀਂ ਆਲਰੇਡੀ ਉਹਦੇ ਯਾਦ ਕੀਤੇ ਵੀ ਹੋਣ, ਠੀਕ ਹੈ। ਤਾਂ ਕਰਕੇ ਮੈਨੇ ਸਾਰੇ ਚੈਪਟਰਾਂ 'ਚੋਂ ਕੁਐਸਚਨ ਦੱਸੇ ਨੇ ਤੇ ਨਾਲ ਦੀ ਨਾਲ ਮੈਨੇ ਤੁਹਾਨੂੰ ਇਹ ਦੱਸਿਆ ਕਿ ਤੁਹਾਡਾ ਜਿਹੜਾ ਮਨ ਕਰਦਾ ਤੁਸੀਂ ਉਹ ਚੈਪਟਰ ਛੱਡ ਸਕਦੇ ਹੋ, ਠੀਕ ਹੈ। ਮੈਂ ਜਿਹੜੇ ਤੁਹਾਨੂੰ A ਔਰ B ਪਾਰਟ ਬਣਾ ਕੇ ਦੱਸੇ ਨੇ, ਠੀਕ ਹੈ, ਵੀ A ਪਾਰਟ 'ਚ 4 ਚੈਪਟਰ ਬਣਦੇ ਨੇ, B ਪਾਰਟ ਦੇ ਵਿੱਚ 6-7 ਟੌਪਿਕ ਨੇ, ਹੈ ਨਾ। ਵੀ ਤੁਸੀਂ ਇਹਨਾਂ 4 ਦੇ ਵਿੱਚੋਂ ਜਿਹੜੇ ਮਰਜ਼ੀ 2 ਟੌਪਿਕ ਕਰ ਲਓ, ਚਾਹੇ ਅਗਲੇ ਟੌਪਿਕ ਕਰ ਲਓ ਚਾਹੇ ਪਿਛਲੇ 2 ਟੌਪਿਕ ਕਰ ਲਓ, ਠੀਕ ਹੈ। ਐਵੇਂ ਤੁਹਾਨੂੰ ਮੈਂ ਦੱਸਿਆ ਕਿਉਂਕਿ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਫਸਟ ਵਾਲੇ ਚੈਪਟਰ ਕਰੋ, ਹੋ ਸਕਦਾ ਤੁਸੀਂ ਪਹਿਲਾਂ ਉਹਦੇ ਲਾਸਟ ਵਾਲੇ ਚੈਪਟਰ ਯਾਦ ਕਰਕੇ ਹੋਣ, ਠੀਕ ਹੈ। ਤਾਂ ਕਰਕੇ ਮੈਨੂੰ ਸਾਰੇ ਚੈਪਟਰਾਂ 'ਚ ਇੰਪੋਰਟੈਂਟ ਕੁਐਸਚਨ ਦੱਸਣੇ ਪਏ ਨੇ, ਫਿਰ ਮੈਂ ਉਹ ਮਰਜ਼ੀ ਤੁਹਾਡੇ 'ਤੇ ਛੱਡੀ ਹੈ ਵੀ ਜੇ ਤੁਸੀਂ ਫਸਟ ਵਾਲੇ ਟੌਪਿਕ 2 ਕਰਨੇ ਨੇ ਤਾਂ ਫਸਟ ਵਾਲੇ ਕਰ ਲਓ, ਜੇ ਲਾਸਟ ਵਾਲੇ 2 ਟੌਪਿਕ ਨੇ ਤਾਂ ਲਾਸਟ ਵਾਲੇ 2 ਕਰ ਦਿਓ, ਕਿਉਂਕਿ A ਪਾਰਟ ਦੇ ਵਿੱਚ 4 ਹੀ ਟੌਪਿਕ ਨੇ, ਠੀਕ ਹੈ। ਤੇ B ਪਾਰਟ ਦੇ ਵਿੱਚ ਹੈਗੇ ਨੇ 6-7 ਤੇ ਇਹਦੇ 'ਚ ਮੈਂ ਤੁਹਾਨੂੰ ਕਿਹਾ ਜਾਂ ਤਾਂ ਫਸਟ 3 ਕਰ ਲਓ ਜਾਂ ਲਾਸਟ ਹਰਸ਼ਵਰਧਨ ਤੋਂ ਲੈ ਕੇ ਲਾਸਟ ਰਾਸ਼ਟਰਕੂਟ ਤੱਕ ਕਰ ਲਓ। ਇਹ ਤੁਹਾਨੂੰ ਦੱਸਿਆ ਹੋਇਆ, ਐਵੇਂ ਸਮਝੋ, ਠੀਕ ਹੈ। ਐਵੇਂ ਉਹ ਵੀਡੀਓ ਅਪਲੋਡ ਕੀਤੀ ਹੋਈ ਹੈ। ਹੁਣ ਇਸ ਦੇ ਵਿੱਚ ਆਪਾਂ ਲੌਂਗ ਕੁਐਸਚਨ ਕਰ ਰਹੇ ਹਾਂ। ਲੌਂਗ ਕੁਐਸਚਨ ਹੈਗਾ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦੱਸੋ ਤੇ ਇਹਨਾਂ ਦੇ ਜਿਹੜੇ ਕਿ ਭਾਰਤੀ ਇਤਿਹਾਸ 'ਤੇ ਕੀ ਪ੍ਰਭਾਵ ਪਿਆ। ਇਹ ਵਾਲਾ ਕੁਐਸਚਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਫਸਟ ਚੈਪਟਰ ਦੇ ਵਿੱਚੋਂ, ਠੀਕ ਹੈ। ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਕੀ ਨੇ ਤੇ ਇਹਨਾਂ ਦਾ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਤੌਰ 'ਤੇ ਕੀ ਪ੍ਰਭਾਵ ਪਿਆ, ਠੀਕ ਹੈ। ਇਹ ਵਾਲਾ ਤੇ ਸੋਮਿਆਂ ਵਾਲਾ ਆਪਾਂ ਅਲੱਗ ਕੁਐਸਚਨ ਕਰਾਂਗੇ ਫਿਰ। ਹਾਂਜੀ, ਭਾਰਤ ਦੇ ਪਹਿਲਾਂ ਭੂਗੋਲਿਕ ਵਿਸ਼ੇਸ਼ਤਾਵਾਂ, ਇਹਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਠੀਕ ਹੈ। 4 ਹਿੱਸਿਆਂ ਦੇ ਵਿੱਚ ਪਹਿਲਾਂ ਹਿਮਾਲਾ ਪਰਬਤ ਤੇ ਉਸਦੀਆਂ ਲੜੀਆਂ, ਠੀਕ ਹੈ। ਉੱਤਰੀ ਮੈਦਾਨ, ਦੱਖਣੀ ਪਠਾਰ, ਤੱਟਵਰਤੀ ਮੈਦਾਨ। ਪਹਿਲਾਂ ਤਾਂ ਇਹ ਚਾਰੋਂ ਯਾਦ ਹੋਣੇ ਚਾਹੀਦੇ ਨੇ ਤੁਹਾਡੇ, ਫਿਰ ਇਹਨਾਂ ਦੀ ਅੱਗੇ ਵਿਆਖਿਆ। ਹਾਂਜੀ, ਹਿਮਾਲਿਆ ਪਰਬਤ ਤੇ ਉਹਦੀਆਂ ਲੜੀਆਂ। ਹਿਮਾਲਿਆ ਦਾ ਅਰਥ ਕੀ ਹੁੰਦਾ? ਬਰਫ਼ ਦਾ ਘਰ। ਹਿਮਾਲਿਆ ਦਾ ਅਰਥ ਕੀ ਆ? ਬਰਫ਼ ਦਾ ਘਰ। ਤੇ ਹਮੇਸ਼ਾ ਇਹ ਬਰਫ਼ ਨਾਲ ਢੱਕਿਆ ਰਹਿੰਦਾ। ਇਹ ਜਿਹੜੇ ਕਿ ਮਹਾਨ ਪਰਬਤ ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਇੱਕ ਤਲਵਾਰ ਦੇ ਆਕਾਰ ਦੀ ਤਰ੍ਹਾਂ ਫੈਲਿਆ ਹੋਇਆ, ਠੀਕ ਹੈ। ਇੱਕ ਤਲਵਾਰ ਦੇ ਆਕਾਰ ਦੀ ਤਰ੍ਹਾਂ ਫੈਲਿਆ ਹੋਇਆ ਤੇ ਇਸ ਪਰਬਤ ਦੀ ਲੰਬਾਈ 2500 ਕਿਲੋਮੀਟਰ ਹੈ ਤੇ ਚੌੜਾਈ 240 ਤੋਂ ਲੈ ਕੇ 320 ਕਿਲੋਮੀਟਰ ਤੱਕ ਆ। ਅਗਰ ਤੁਹਾਨੂੰ ਯਾਦ ਹੁੰਦੀ ਹੈ ਤੁਸੀਂ ਯਾਦ ਕਰ ਲਓ, ਲੰਬਾਈ ਤਾਂ ਯਾਦ ਹੋ ਹੀ ਜਾਊਗੀ 2500 ਕਿਲੋਮੀਟਰ, ਠੀਕ ਹੈ। ਤੇ ਇਸ ਪਰਬਤ ਦੀ ਔਸਤ ਉਚਾਈ ਕਿੰਨੀ ਹੈ? 6000 ਮੀਟਰ ਹੈ। ਤੇ ਇਹਦੇ ਵਿੱਚ ਉੱਚੇ ਚੋਟੀਆਂ ਪਰਬਤ, ਉੱਚੇ ਚੋਟੀਆਂ ਸਥਿਤ ਨੇ, ਠੀਕ ਹੈ। ਹਿਮਾਲਿਆ ਪਰਬਤ ਦੇ ਵਿੱਚ ਉੱਚੀਆਂ ਚੋਟੀਆਂ ਸਥਿਤ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਕਿ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈਗੀ ਆ ਮਾਊਂਟ ਐਵਰੈਸਟ। ਭਾਵ ਕਿ ਜਿਹੜੀ ਮਾਊਂਟ ਐਵਰੈਸਟ ਆ ਉਹ ਕਿਹਦੀ ਚੋਟੀ ਹੈ? ਹਿਮਾਲਿਆ ਪਰਬਤ ਦੀ ਹੈ, ਠੀਕ ਹੈ। ਤੇ ਹਿਮਾਲਿਆ ਪਰਬਤ ਦੀ ਜਿਹੜੀ ਮਾਊਂਟ ਐਵਰੈਸਟ ਹੈ ਇਹਦੀ ਉਚਾਈ ਕਿੰਨੀ ਆ? 8848 ਜਿਹੜੀ ਕਿ ਮੀਟਰ ਆ, 8848 ਮੀਟਰ ਹੈ। ਤੇ ਭਾਰਤ ਦੇ ਵਿੱਚ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਕੰਚਨਜੰਗਾ, ਜਿਹਨੂੰ K2 ਵੀ ਬੋਲ ਦਿੰਦੇ ਨੇ, K2, ਠੀਕ ਹੈ, ਕੰਚਨਜੰਗਾ। ਤੇ ਇਸ ਦੀ ਉਚਾਈ ਹੈਗੀ ਆ 8585 ਮੀਟਰ। ਤੇ ਇਸ ਤੋਂ ਇਲਾਵਾ ਗੋਡਵਿਨ, ਆਸਟਿਨ, ਠੀਕ ਹੈ, ਨੰਦਾ ਦੇਵੀ, ਧੌਲਗਿਰੀ ਆਦਿ ਇਹਦੀਆਂ ਹੋਰ ਜਿਹੜੀ ਕਿ ਉੱਚੀਆਂ ਚੋਟੀਆਂ ਨੇ ਹਿਮਾਲਿਆ ਪਰਬਤ ਦੀਆਂ। ਮਤਲਬ ਕਿ ਇੱਕ ਤਾਂ ਹੈਗਾ ਹਿਮਾਲਿਆ ਪਰਬਤ ਦੀ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਦੂਜੀ ਹੈਗੀ ਹੈ ਕੰਚਨ, ਜਿਹੜੀ ਭਾਰਤ ਦੇ ਵਿੱਚ ਆ, ਕੰਚਨਜੰਗਾ, ਜਿਹਨੂੰ K2 ਵੀ ਬੋਲ ਦਿੰਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਇਹ ਅਗਰ ਤੁਹਾਡੇ ਯਾਦ ਹੁੰਦੇ ਨੇ ਤੇ ਇਹ ਵਾਲੇ ਵੀ ਯਾਦ ਕਰ ਲੈਣੀਆਂ ਨੇ। ਤੇ ਹਿਮਾਲਿਆ ਪਰਬਤ ਦੇ ਤੁਸੀਂ ਲਾਭ ਵੀ ਲਿਖ ਸਕਦੇ ਹੋ ਵੀ ਇਹ ਜਿਹੜੀ ਕਿ ਉੱਤਰ ਵਾਲੀ ਸਾਈਡ ਤੋਂ ਰੱਖਿਆ ਦਾ ਕੰਮ ਕਰਦਾ ਹੈ, ਬਰਫ਼ ਨਾਲ ਢੱਕਿਆ ਰਹਿੰਦਾ ਤੇ ਜਦੋਂ ਬਰਫ਼ ਪਿਘਲਦੀ ਹੈ ਤਾਂ ਫਿਰ ਨਦੀਆਂ ਦੇ ਵਿੱਚ ਪਾਣੀ ਆਉਂਦਾ ਤੇ ਜਿਸ ਨਾਲ ਜਿਹੜੇ ਕਿ ਧਰਤੀ ਉਪਜਾਊ ਹੁੰਦੀ ਹੈ, ਠੀਕ ਹੈ। ਤੇ ਨਦੀਆਂ ਨੂੰ ਹਮੇਸ਼ਾ ਜਿਹੜੇ ਕਿ ਭਰਪੂਰ ਪਾਣੀ ਮਿਲਦਾ ਰਹਿੰਦਾ ਤੇ ਇਹ ਚੋਟੀਆਂ ਜਿਹੜੀ ਕਿ ਹਮੇਸ਼ਾ ਬਰਫ਼ ਨਾਲ ਢੱਕੇ ਰਹਿੰਦੀਆਂ ਨੇ। ਨੈਕਸਟ ਹੈ ਹਿਮਾਲਿਆ ਪਰਬਤ ਦੇ ਜਿਹੜੀ ਕਿ ਪੂਰਬੀ ਸ਼ਾਖਾਵਾਂ ਦੇ ਵਿੱਚ ਪਟਕੋਈ, ਨਾਗਾ, ਲੋਸ਼ਾਈ, ਗਾਰੋ, ਖਾਸੀ, ਜੈਨਤੀ, ਇਹ ਜਿਹੜੇ ਕਿ ਇਹ ਵੀ ਪਰਬਤ ਸਥਿਤ ਨੇ, ਠੀਕ ਹੈ। ਇਸ ਤੋਂ ਇਲਾਵਾ ਮਨਸਿਨ ਰਾਮ, ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ, ਉਹ ਵੀ ਇੱਥੇ ਹੀ ਸਥਿਤ ਹੈ, ਠੀਕ ਹੈ। ਮਨਸਿਨ ਰਾਮ ਜਿਹੜੀ ਕਿ ਜਿੱਥੇ ਸਭ ਤੋਂ ਵੱਧ ਵਰਖਾ ਹੁੰਦੀ ਹੈ ਉਹ ਵੀ ਇੱਥੇ ਹੀ ਸਥਿਤ ਹੈ ਹਿਮਾਲਿਆ ਪਰਬਤ ਦੇ ਵਿੱਚ, ਠੀਕ ਹੈ। ਇਹਨਾਂ ਪਰਬਤ 'ਤੇ ਬਹੁਤ ਸੰਘਣੇ ਜੰਗਲ ਹੁੰਦੇ ਨੇ ਤੇ ਹਿਮਾਲਿਆ ਦੇ ਪੱਛਮ ਦੇ ਵਿੱਚ ਹਿੰਦੂਕਸ਼, ਸੁਲੇਮਾਨ ਤੇ ਕਿਰਥਾਰ ਨਾਂ ਦੇ ਜਿਹੜੇ ਕਿ ਪਰਬਤ ਵੀ ਸਥਿਤ ਨੇ। ਤੇ ਇਹਨਾਂ ਦੇ ਵਿੱਚ ਕਈ ਦਰੇ ਵੀ ਨੇ। ਇਹਨਾਂ ਦਰਿਆਂ ਦੇ ਵਿੱਚ ਖੈਬਰ ਕੁਰਮ, ਟੋਚੀ ਬੁਲਾਨ, ਠੀਕ ਹੈ, ਗੋਮਲ, ਇਹ ਦਰੇ ਨੇ ਜਿਨ੍ਹਾਂ ਨੂੰ ਦਰਿਆਂ ਨੂੰ ਪਾਰ ਕਰਕੇ ਜਿਹੜੇ ਕਿ ਹਮਲਾਵਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਹਮਲਾ ਕਰਦੇ ਸੀ ਸਭ ਤੋਂ ਪਹਿਲਾਂ ਇਹ ਵਾਲੇ ਦਰਿਆਂ ਨੂੰ, ਠੀਕ ਹੈ, ਜਿਨ੍ਹਾਂ ਦੇ ਵਿੱਚੋਂ ਖੈਬਰ ਦਰਾ ਬਹੁਤ ਜ਼ਿਆਦਾ ਫੇਮਸ ਸੀ। ਅੱਗੇ ਹੈਗਾ ਤੁਹਾਡਾ ਉੱਤਰੀ ਮੈਦਾਨ।
ਹਾਂਜੀ, ਉੱਤਰੀ ਮੈਦਾਨਾਂ ਦੇ ਵਿੱਚ ਭਾਰਤ ਦੇ ਉੱਤਰੀ ਮੈਦਾਨ ਹਿਮਾਲਿਆ ਤੋਂ ਨਿਕਲਣ ਵਾਲੇ ਜਿਹੜੇ ਕਿ ਨਦੀਆਂ ਨੇ ਉਹਨਾਂ ਤੋਂ ਬਣਦੇ ਨੇ। ਹਿਮਾਲਿਆ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਹਨਾਂ ਤੋਂ ਜਿਹੜੇ ਮੈਦਾਨ ਬਣਦੇ ਨੇ ਉਹ ਕਿਹੜੇ ਨੇ? ਉੱਤਰੀ ਮੈਦਾਨ। ਠੀਕ ਹੈ, ਤੇ ਇਹਨਾਂ ਮੈਦਾਨਾਂ ਨੂੰ ਗੰਗਾ ਤੇ ਸਿੰਧ ਦਾ ਮੈਦਾਨ ਵੀ ਕਿਹਾ ਜਾਂਦਾ। ਮਤਲਬ ਕਿ ਜਿਹੜੀ ਹਿਮਾਲਿਆ ਪਰਬਤ ਹੈ, ਹਿਮਾਲਿਆ ਪਰਬਤ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਨੇ, ਠੀਕ ਹੈ, ਉਹਦਾ ਪਾਣੀ ਪਿਘਲਣ ਨਾਲ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਹਨਾਂ ਤੋਂ ਉੱਤਰੀ ਮੈਦਾਨ ਜਿਹੜੇ ਕਿ ਬਣਦੇ ਨੇ, ਤੇ ਉੱਤਰੀ ਮੈਦਾਨਾਂ ਨੂੰ ਗੰਗਾ ਅਤੇ ਸਿੰਧ ਦੇ ਮੈਦਾਨ ਵੀ ਕਿਹਾ ਜਾਂਦਾ। ਤੇ ਇਹ ਮੈਦਾਨ ਪੱਛਮ ਵਿੱਚ ਬਿਆਸ ਨਦੀ ਤੋਂ ਲੈ ਕੇ ਪੂਰਬ ਦੇ ਵਿੱਚ ਬ੍ਰਹਮਪੁੱਤਰ ਦੀ ਘਾਟੀ ਤੱਕ ਫੈਲੇ ਹੋਏ ਨੇ। ਤੇ ਇਹਨਾਂ ਦੀ ਅਗਰ ਤੁਹਾਨੂੰ ਇਹ ਚੀਜ਼ ਯਾਦ ਨਹੀਂ ਰਹਿੰਦੀ ਵੀ ਕਿੱਥੋਂ ਤੱਕ ਫੈਲੇ ਹੋਏ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ। ਠੀਕ ਹੈ, ਇਹਨਾਂ ਦੀ ਲੰਬਾਈ ਵਗੈਰਾ ਕਰ ਲਓ। ਇਹਨਾਂ ਮੈਦਾਨਾਂ ਦੀ ਲੰਬਾਈ 2400 ਕਿਲੋਮੀਟਰ ਤੇ ਚੌੜਾਈ 150 ਤੇ 480 ਕਿਲੋਮੀਟਰ ਜਿਹੜੇ ਕਿ ਇਹਨਾਂ ਦੀ ਹੈਗੀ ਹੈ, ਜਿਹੜੀ ਕਿ ਚੌੜਾਈ 150 ਤੋਂ ਲੈ ਕੇ 480 ਕਿਲੋਮੀਟਰ ਹੈ। ਤੇ ਇਹਨਾਂ ਮੈਦਾਨਾਂ ਦੀ ਉਚਾਈ ਸਮੁੰਦਰ ਤਲ ਤੋਂ 300 ਤੋਂ ਤੱਕ ਹੈ। ਠੀਕ ਹੈ, ਤੇ ਇਹ ਮੈਦਾਨ ਜਿਹੜੇ ਕਿ ਉਪਜਾਊ ਨੇ। ਉੱਤਰੀ ਮੈਦਾਨ ਜਿਹੜੇ ਕਿ ਜਿਹਨੂੰ ਗੰਗਾ ਤੇ ਸਿੰਧਾ ਦਾ ਮੈਦਾਨ ਵੀ ਕਿਹਾ ਜਾਂਦਾ, ਸਿੰਧ ਦਾ, ਇਹ ਜਿਹੜੇ ਕਿ ਉਪਜਾਊ ਨੇ, ਇਸ ਲਈ ਇਹਨਾਂ ਮੈਦਾਨਾਂ ਨੂੰ ਦੇਸ਼ ਦਾ ਅੰਨ ਭੰਡਾਰ ਵੀ ਕਿਹਾ ਜਾਂਦਾ। ਦੇਸ਼ ਦਾ ਅੰਨ ਭੰਡਾਰ ਕਿਹੜੇ ਮੈਦਾਨ ਨੇ? ਉੱਤਰੀ ਮੈਦਾਨ। ਠੀਕ ਹੈ, ਤੇ ਇਹਨਾਂ ਦੀਆਂ ਫਸਲਾਂ ਕਣਕ, ਚੌਲ, ਪਟਸਨ ਅਤੇ ਗੰਨਾ ਨੇ। ਇਹਨਾਂ ਮੈਦਾਨਾਂ ਵਿੱਚ ਗੰਗਾ, ਬ੍ਰਹਮਪੁੱਤਰ, ਜਮੁਨਾ, ਜੇਹਲਮ, ਰਾਵੀ, ਬਿਆਸ, ਸਤਲੁਜ, ਘਾਘਰਾ, ਠੀਕ ਹੈ, ਸਿੰਧ, ਇਹ ਨਦੀਆਂ ਵਹਿੰਦੀਆਂ ਨੇ। ਉਸ ਤੋਂ ਅੱਗੇ ਹੈਗਾ ਦੱਖਣੀ ਪਠਾਰ। ਹਾਂਜੀ, ਇਹ ਗੰਗਾ ਤੇ ਸਿੰਧ ਦੇ ਮੈਦਾਨ ਦੇ ਦੱਖਣ ਦੇ ਵਿੱਚ ਸਥਿਤ ਹੈ। ਗੰਗਾ ਤੇ ਸਿੰਧ ਦੇ ਦੱਖਣ ਦੇ ਵਿੱਚ ਸਥਿਤ ਹੈ ਦੱਖਣੀ ਪਠਾਰ। ਇਸ ਪਠਾਰ ਦਾ ਆਕਾਰ ਇੱਕ ਤਿਕੋਣੇ ਆਕਾਰ ਦੀ ਤਰ੍ਹਾਂ, ਠੀਕ ਹੈ, ਐਵੇਂ ਤਿਕੋਣੇ ਆਕਾਰ ਦੀ ਤਰ੍ਹਾਂ। ਤੇ ਪਠਾਰ ਤਿੰਨੇ ਪਾਸੇ ਉੱਚੇ ਪਰਬਤ ਨੇ। ਜਿਹੜਾ ਇਹ ਪਠਾਰ ਹੈ ਇਹਦੇ ਤਿੰਨੇ ਪਾਸੇ ਉੱਚੇ ਜਿਹੜੇ ਕਿ ਪਰਬਤ ਨੇ। ਤੇ ਪਠਾਰ ਦੀ ਉਚਾਈ 300 ਤੋਂ ਲੈ ਕੇ 900 ਮੀਟਰ ਤੱਕ ਹੈ। ਤੇ ਅਨੇਕਾਂ ਨਦੀਆਂ ਵਹਿੰਦੀਆਂ ਨੇ। ਇਹਨਾਂ ਦੇ ਵਿੱਚੋਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਇਹ ਵਾਲੀਆਂ ਨੇ। ਤੇ ਪੂਰਬੀ ਘਾਟ ਵੱਲ ਵਹਿੰਦੇ ਹੋਏ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਵਹਿੰਦੀਆਂ ਨੇ ਇਹ। ਨਰਮਦਾ, ਤਾਪਤੀ ਪੱਛਮੀ ਘਾਟ ਵੱਲ ਵਹਿੰਦੀਆਂ ਹੁੰਦੀਆਂ ਨੇ, ਅਰਬ ਸਾਗਰ ਦੇ ਵਿੱਚ ਜਾਂਦੀਆਂ ਨੇ। ਤੇ ਇਹ ਨਦੀਆਂ ਜਿਹੜੇ ਕਿ ਬਰਸਾਤੀ ਸੁਭਾਅ ਦੀਆਂ ਹੁੰਦੀਆਂ ਨੇ, ਜਿਸ ਕਰਕੇ ਇਹਨਾਂ ਤੋਂ ਨਹਿਰਾਂ ਨਹੀਂ ਕੱਢੀਆਂ ਜਾਂਦੀਆਂ, ਬਟ ਇਹ ਹੁੰਦੀਆਂ ਕਾਫੀ ਡੂੰਘੀਆਂ ਨੇ। ਤੇ ਇੱਥੇ ਸਿੰਚਾਈ ਜਿਹੜੇ ਕਿ ਤਲਾਬਾਂ ਦੇ ਰਾਹੀਂ ਹੁੰਦੀ ਹੈ। ਪੂਰਬੀ ਘਾਟ ਦੀ ਤੁਲਨਾ ਦੇ ਵਿੱਚ ਪੱਛਮੀ ਘਾਟ ਕਾਫੀ ਉੱਚੇ ਨੇ। ਠੀਕ ਹੈ, ਤੇ ਥਾਲ ਘਾਟ, ਪੋਰ ਘਾਟ ਤੇ ਪਾਲ ਘਾਟ ਇਹਨਾਂ ਦੇ ਪ੍ਰਸਿੱਧ ਦਰੇ ਨੇ ਪੱਛਮੀ ਘਾਟ ਦੇ ਵਿੱਚ। ਨੀਲਗਿਰੀ ਪਰਬਤ ਪੂਰਬੀ ਤੇ ਪੱਛਮੀ ਘਾਟ ਦਾ ਸੰਗਮ ਸਥਲ ਹੈ। ਕੋਲਾ, ਲੋਹਾ, ਸੋਨਾ, ਮੈਗਨੀਜ਼ ਇੱਥੋਂ ਦੇ ਜਿਹੜੇ ਕਿ ਪ੍ਰਮੁੱਖ ਖਣਿਜ ਪਦਾਰਥ ਨੇ। ਕਾਲੀ ਮਿੱਟੀ ਹੋਣ ਦੇ ਕਾਰਨ ਇੱਥੇ ਜਿਹੜੇ ਕਿ ਮੁੱਖ ਫਸਲ ਕਪਾਹ ਹੈ। ਅੱਗੇ ਹੈਗਾ ਤਟਵਰਤੀ ਮੈਦਾਨ। ਇਹਦੇ ਵੀ ਦੋ ਹਿੱਸੇ ਨੇ, ਪੱਛਮੀ ਤੇ ਪੂਰਬੀ। ਹਾਂਜੀ, ਪੱਛਮੀ ਦੇ ਵਿੱਚ ਇਹ ਮੈਦਾਨ ਪੂਰਬ ਦੇ ਵਿੱਚ ਪੱਛਮੀ ਘਾਟ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਤੱਕ ਫੈਲੇ ਹੋਏ ਨੇ। ਇਸ ਤੱਟ ਦੇ ਉੱਤਰੀ ਭਾਗ ਨੂੰ ਕੋਕਣ ਤੇ ਦੱਖਣੀ ਭਾਗ ਨੂੰ ਮਾਲਾਬਾਰ ਕਿਹਾ ਜਾਂਦਾ। ਉੱਤਰੀ ਨੂੰ ਕੋਕਣ, ਠੀਕ ਹੈ, ਤੇ ਦੱਖਣ ਨੂੰ ਮਾਲਾਬਾਰ ਕਿਹਾ ਜਾਂਦਾ। ਤੇ ਇਹਨਾਂ ਦੀ ਉਚਾਈ ਚੌੜਾਈ ਵਗੈਰਾ ਅਗਰ ਤੁਹਾਨੂੰ ਯਾਦ ਹੁੰਦੀ ਹੈ ਤਾਂ ਠੀਕ ਹੈ, ਨਹੀਂ ਇਹਨਾਂ ਦੀ ਫਸਲਾਂ ਵਗੈਰਾ ਯਾਦ ਕਰ ਸਕਦੇ ਤੁਸੀਂ। ਇੱਥੋਂ ਦੀ ਮੁੱਖ ਪੈਦਾਵਾਰ ਚੌਲ ਤੇ ਨਾਰੀਅਲ ਹੈ। ਤੇ ਇੱਥੋਂ ਬੱਸੋਂ ਕਾਫੀ ਸੰਘਣੀ ਹੈ। ਅੱਗੇ ਹੈਗਾ ਪੂਰਬੀ ਤਟਵਰਤੀ ਮੈਦਾਨ। ਇਹ ਮੈਦਾਨ ਆ ਬੰਗਾਲ ਦੀ ਖਾੜੀ ਤੋਂ ਲੈ ਕੇ ਪੂਰਬੀ ਘਾਟ ਤੱਕ ਫੈਲੇ ਹੋਏ ਨੇ। ਇਸ ਤਟਵਰਤੀ ਮੈਦਾਨ ਦੇ ਉੱਤਰੀ ਭਾਗ ਨੂੰ ਕਰਨਾਟਕ ਤੇ ਦੱਖਣੀ ਭਾਗ ਨੂੰ ਕੋਰੋਮੰਡਲ ਕਹਿੰਦੇ ਨੇ। ਦੱਖਣੀ ਭਾਗ ਨੂੰ ਕੋਰੋਮੰਡਲ ਤੇ ਉੱਤਰੀ ਭਾਗ ਨੂੰ ਕਰਨਾਟਕ ਕਹਿੰਦੇ ਨੇ। ਤੇ ਇਹਨਾਂ ਦੀ ਚੌੜਾਈ 160 ਤੋਂ ਲੈ ਕੇ 500 ਕਿਲੋਮੀਟਰ ਤੱਕ ਹੈ। ਤੇ ਮੈਦਾਨ ਪੱਛਮੀ ਤਟਵਰਤੀ ਮੈਦਾਨਾਂ ਦੇ ਮੁਕਾਬਲੇ ਜ਼ਿਆਦਾ ਚੌੜੇ ਨੇ। ਤੇ ਇੱਥੇ ਨਦੀਆਂ ਦੁਆਰਾ ਅਨੇਕਾਂ ਮੁਹਾਨੇ ਡੈਲਟਾਸ ਨੇ ਜਿਹੜੇ ਕਿ ਬਹੁਤ ਉਪਜਾਊ ਨੇ। ਤੇ ਇੱਥੋਂ ਦੀ ਮੁੱਖ ਪੈਦਾਵਾਰ ਚੌਲ, ਨਾਰੀਅਲ, ਗੰਨਾ ਤੇ ਤੰਬਾਕੂ ਹੈ। ਤੇ ਹੁਣ ਅਗਲਾ ਤੁਹਾਡਾ ਕੁਐਸਚਨ, ਕਿਉਂਕਿ ਇਹ ਕੁਐਸਚਨ ਕਈ ਵਾਰ ਨਾਲ ਅਟੈਚ ਹੋ ਕੇ ਆ ਜਾਣਾ ਹੁੰਦਾ ਕਿ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੱਸਦੇ ਹੋਏ ਇਹਨਾਂ ਦੇ ਭਾਰਤੀ ਇਤਿਹਾਸ ਤੇ ਪ੍ਰਭਾਵ ਦੱਸੋ। ਕਈ ਵਾਰ ਅਲੱਗ ਵੀ ਆ ਜਾਂਦਾ, ਕਈ ਵਾਰ ਇਕੱਠਾ ਵੀ ਆ ਜਾਂਦਾ, ਤਾਂ ਕਰਕੇ ਆਪਾਂ ਨੂੰ ਦੋਨੇ ਟੌਪਿਕ ਕਰਨੇ ਪੈਣਗੇ। ਠੀਕ ਹੈ, ਹਾਂਜੀ, ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਇੱਥੇ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਪ੍ਰਭਾਵ ਪਾਇਆ, ਜਾਂ ਵੱਖ-ਵੱਖ ਖੇਤਰਾਂ ਵਿੱਚ ਕਿਹੜੇ ਪ੍ਰਭਾਵ ਪਾਏ ਨੇ, ਵੱਖ-ਵੱਖ ਖੇਤਰ, ਠੀਕ ਹੈ, ਜਾਂ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵ ਪਾਇਆ, ਭਾਵ ਕਿ ਰਾਜਨੀਤਿਕ ਖੇਤਰ ਦੇ ਵਿੱਚ ਕੀ ਪ੍ਰਭਾਵ ਪਾਇਆ, ਆਰਥਿਕ ਦੇ ਵਿੱਚ ਕੀ ਪ੍ਰਭਾਵ ਪਾਇਆ, ਸਮਾਜਿਕ ਦੇ ਵਿੱਚ ਕੀ ਪਾਇਆ। ਠੀਕ ਹੈ, ਇਹ ਸਾਰੇ ਆ ਜਾਣਗੇ। ਸੱਭਿਆਚਾਰਕ ਇਤਿਹਾਸ 'ਤੇ ਕੀ ਪ੍ਰਭਾਵ ਪਾਇਆ। ਠੀਕ ਹੈ, ਅਲੱਗ-ਅਲੱਗ ਵੀ ਪੁੱਛਿਆ ਜਾ ਸਕਦਾ। ਤੇ ਹੁਣ ਜਾਂ ਪ੍ਰਾਚੀਨ ਭਾਰਤੀ ਇਤਿਹਾਸ ਦਾ ਭੂਗੋਲ 'ਤੇ ਕੀ ਪ੍ਰਭਾਵ ਪਿਆ। ਠੀਕ ਹੈ, ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ, ਭੂਗੋਲ 'ਤੇ ਕੀ ਪ੍ਰਭਾਵ ਪਿਆ। ਤਾਂ ਹੁਣ ਆਪਾਂ ਇਹ ਕਰਦੇ ਹਾਂ। ਹਾਂਜੀ, ਭੂਗੋਲ ਤੇ ਇਤਿਹਾਸ ਦਾ ਬਹੁਤ ਡੂੰਘਾ ਸੰਬੰਧ ਹੈ। ਭੂਗੋਲ ਭਾਵ ਕਿ ਜਿਓਗ੍ਰਾਫੀ। ਠੀਕ ਹੈ, ਭੂਗੋਲ ਰੰਗਮੰਚ ਅਤੇ ਇਤਿਹਾਸ ਉਸ 'ਤੇ ਖੇਡਿਆ ਜਾਣ ਵਾਲਾ ਨਾਟਕ ਹੈ। ਵੀ ਭੂਗੋਲ ਹੈ ਜਿਹੜਾ ਕਿ ਇੱਕ ਰੰਗਮੰਚ ਆ, ਠੀਕ ਹੈ, ਜਿਓਗ੍ਰਾਫੀ ਇੱਕ ਰੰਗਮੰਚ ਹੈ, ਤੇ ਇਹਦੇ ਇਤਿਹਾਸ ਉੱਤੇ ਖੇਡਿਆ ਜਾਣ ਵਾਲਾ ਨਾਟਕ ਹੈ ਇਤਿਹਾਸ। ਠੀਕ ਹੈ, ਭਾਰਤ ਦੇ ਭੂਗੋਲਿਕ ਤੱਤਾਂ ਨੇ ਭਾਰਤੀ ਇਤਿਹਾਸ 'ਤੇ ਕਾਫੀ ਪ੍ਰਭਾਵ ਪਾਇਆ, ਜਿਨ੍ਹਾਂ ਦਾ ਵਰਣਨ ਐਵੇਂ। ਰਾਜਨੀਤਿਕ ਪ੍ਰਭਾਵ ਤੇ ਸਟੂਡੈਂਟਸ ਲੌਂਗ ਕੁਐਸਚਨਾਂ 'ਤੇ ਤੁਹਾਡੇ ਸ਼ਾਰਟ ਬਣ ਜਾਣੇ ਹੁੰਦੇ ਨੇ। ਹਾਂਜੀ, ਰਾਜਨੀਤਿਕ ਪ੍ਰਭਾਵ। ਪਹਿਲੇ ਰਾਜਨੀਤਿਕ ਪ੍ਰਭਾਵ ਨੇ। ਇਹ ਪ੍ਰਭਾਵ ਅਲੱਗ-ਅਲੱਗ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ, ਇਕੱਠਾ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੁੰਦਾ।
ਰਾਜਨੀਤਿਕ ਪ੍ਰਭਾਵ ਸਭ ਤੋਂ ਪਹਿਲਾਂ ਲੌਂਗ ਕੁਐਸਚਨ ਦੇ ਵਿੱਚ ਹੈਡਿੰਗ ਯਾਦ ਕਰਿਆ ਕਰੋ, ਠੀਕ ਹੈ। ਜਿਵੇਂ ਰਾਜਨੀਤਿਕ ਪ੍ਰਭਾਵ ਹੋ ਗਏ ਇਹ ਮੇਨ ਟੌਪਿਕ, ਆਰਥਿਕ ਪ੍ਰਭਾਵ ਹੋ ਗਏ, ਸਮਾਜਿਕ ਪ੍ਰਭਾਵ ਹੋ ਗਏ, ਸਮਾਜਿਕ ਪ੍ਰਭਾਵਾਂ ਨੂੰ ਹੀ ਸੰਸਕ੍ਰਿਤਿਕ ਪ੍ਰਭਾਵ ਕਿਹਾ ਜਾਂਦਾ, ਆਰਥਿਕ ਪ੍ਰਭਾਵ ਹੋ ਗਏ, ਠੀਕ ਹੈ। ਇਹ ਸਾਰੇ ਪ੍ਰਭਾਵ ਹੋ ਗਏ ਜਿਨ੍ਹਾਂ ਦੇ ਵਿੱਚ ਰਾਜਨੀਤਿਕ ਪ੍ਰਭਾਵਾਂ ਦੇ ਵਿੱਚ ਪਹਿਲਾ ਪੁਆਇੰਟ ਕੀ ਹੋ ਗਿਆ, ਵਿਦੇਸ਼ੀ ਹਮਲਿਆਂ ਤੋਂ ਰੱਖਿਆ ਹੋ ਗਈ। ਦੂਜਾ, ਭਾਰਤੀ ਸੱਭਿਅਤਾ ਦਾ ਅਲੱਗ ਵਿਅਕਤੀਤਵ ਹੋ ਗਿਆ, ਠੀਕ ਹੈ। ਉੱਤਰ ਪੱਛਮ ਵੱਲੋਂ ਹਮਲਾ ਹੋ ਗਿਆ, ਠੀਕ ਹੈ। ਥਰਡ ਪੁਆਇੰਟ, ਫੋਰਥ ਹੋ ਗਿਆ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਫਿਫਥ ਹੋ ਗਿਆ ਦਿੱਲੀ ਭਾਰਤ ਦੀ ਰਾਜਧਾਨੀ ਹੈ। ਭਾਵ ਕਿ ਪਹਿਲਾਂ ਤੁਸੀਂ ਹੈਡਿੰਗ ਯਾਦ ਕਰਨੇ ਨੇ, ਠੀਕ ਹੈ। ਲੌਂਗ ਕੁਐਸਚਨ ਯਾਦ ਕਰਨ ਦਾ ਢੰਗ ਇਹੀ ਹੁੰਦਾ ਕਿ ਪਹਿਲਾਂ ਹੈਡਿੰਗ, ਰਾਜਨੀਤਿਕ ਏਕਤਾ ਦੀ ਘਾਟ, ਨਦੀਆਂ ਦਾ ਪ੍ਰਭਾਵ, ਪਰਬਤਾਂ ਅਤੇ ਜੰਗਲਾਂ ਦਾ ਪ੍ਰਭਾਵ, ਠੀਕ ਹੈ। ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰਨੇ ਹੁੰਦੇ ਨੇ। ਹਾਂਜੀ, ਇਹਦੇ ਵਿੱਚ ਹੁਣ ਵਿਦੇਸ਼ੀ ਹਮਲੇ ਤੋਂ ਸੁਰੱਖਿਆ ਕਿਵੇਂ ਕਰਦਾ ਕਿ ਹਾਂਜੀ, ਭਾਰਤ ਦੀ ਭੂਗੋਲਿਕ ਸਥਿਤੀ ਨੇ ਇਹਨੂੰ 3 ਪਾਸਿਆਂ ਤੋਂ ਕੁਦਰਤੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਇਸ ਦੇ ਉੱਤਰ ਦੇ ਵਿੱਚ ਕੀ ਆ, 2500 ਕਿਲੋਮੀਟਰ ਤੱਕ ਲੰਬਾ, 240 ਤੋਂ ਲੈ ਕੇ 320 ਕਿਲੋਮੀਟਰ ਤੱਕ ਚੌੜਾ ਹਿਮਾਲਿਆ ਪਰਬਤ, ਠੀਕ ਹੈ। ਵਿਦੇਸ਼ੀ ਹਮਲਾ ਤੋਂ ਸੁਰੱਖਿਆ ਕੌਣ ਕਰ ਰਿਹਾ, ਹਿਮਾਲਿਆ ਪਰਬਤ। ਉੱਤਰ ਵਾਲੀ ਸਾਈਡ ਤੇ ਹਿਮਾਲਿਆ ਪਰਬਤ ਆ ਜਿਹੜੇ ਕਿ ਭਾਰਤ ਦੀ ਰੱਖਿਆ ਕਰਦਾ, ਕਿਉਂਕਿ ਇਹ ਬਹੁਤ ਉੱਚਾ ਤੇ ਬਰਫ਼ ਨਾਲ ਢਕਿਆ ਰਹਿੰਦਾ, ਜਿਸ ਕਰਕੇ ਉੱਧਰ ਵਾਲੀ ਸਾਈਡ ਤੋਂ ਜਿਹੜੇ ਕਿ ਹਮਲਾਵਰਾਂ ਦੇ ਲਈ ਹਮਲਾ ਕਰਨਾ ਜਿਹੜੇ ਕਿ ਮੁਸ਼ਕਲ ਹੁੰਦਾ। ਤੇ ਕਈ ਯੁੱਗਾਂ ਤੱਕ ਕੋਈ ਵੀ ਜਿਹੜੇ ਕਿ ਹਮਲਾਵਰ ਇਸ ਪਾਸਿਓਂ ਭਾਰਤ 'ਤੇ ਹਮਲਾ ਕਰਨ ਦਾ ਕਿਸੇ ਦਾ ਵੀ ਹੌਸਲਾ ਨਹੀਂ ਪਿਆ ਹੈਗਾ ਜਿਹੜੇ ਕਿ ਉੱਤਰ ਵਾਲੀ ਸਾਈਡ ਤੋਂ। ਅੱਗੇ ਹੈ ਭਾਰਤੀ ਸੱਭਿਅਤਾ ਦਾ ਅਲੱਗ ਵਿਅਕਤੀਤਵ। ਹਾਂਜੀ, ਭਾਰਤ ਏਸ਼ੀਆ ਦੇ ਵਿੱਚ ਹੁੰਦਾ ਹੋਇਆ ਵੀ ਹਿਮਾਲਿਆ ਦੇ ਕਾਰਨ ਏਸ਼ੀਆ ਤੋਂ ਬਿਲਕੁਲ ਅਲੱਗ ਆ। ਭਾਵ ਕਿ ਹਿਮਾਲਿਆ ਪਰਬਤ ਦੇ ਕਰਕੇ ਇਹਦੀ ਸ਼ਾਨ ਅਲੱਗ ਆ। ਬੇਸ਼ੱਕ ਇਹ ਭਾਰਤ ਏਸ਼ੀਆ ਦੇ ਵਿੱਚ ਹੀ ਆਉਂਦਾ, ਬਟ ਫਿਰ ਵੀ ਇਹ ਏਸ਼ੀਆ ਤੋਂ ਅਲੱਗ ਹੈ। ਇਸ ਤਰ੍ਹਾਂ ਸਾਡੇ ਦੇਸ਼ ਨੇ ਇੱਕ ਅਜਿਹੀ ਸੱਭਿਅਤਾ ਨੂੰ ਜਨਮ ਦਿੱਤਾ ਜੋ ਦੂਜੇ ਏਸ਼ੀਆਈ ਦੇਸ਼ਾਂ ਦੇ ਨਾਲੋਂ ਅਲੱਗ ਹੈ। ਸਾਡਾ ਰਹਿਣਾ ਸਹਿਣਾ, ਭੋਜਨ, ਪੋਸ਼ਾਕ, ਸਾਹਿਤ ਕਿਸੇ ਹੋਰ ਦੇਸ਼ ਦੇ ਨਾਲ ਮੇਲ ਨਹੀਂ ਖਾਂਦਾ, ਠੀਕ ਹੈ। ਨੈਕਸਟ ਹੈਗਾ ਅੱਗੇ ਤੁਹਾਡਾ ਹੈਡਿੰਗ ਤੁਹਾਡੇ ਯਾਦ ਹੋਣ ਵਿੱਚੋਂ ਥੋੜਾ ਵੇਰਵਾ ਕਰ ਦੇਣਾ ਹੁੰਦਾ। ਉੱਤਰ ਪੱਛਮ ਵੱਲੋਂ ਹਮਲਾ। ਹਾਂਜੀ, ਹੁਣ ਉੱਤਰ ਪੱਛਮ ਵਾਲੇ ਹਮਲੇ ਉੱਤਰ ਵਾਲੀ ਤੋਂ ਸਾਈਡ ਤੋਂ ਤਾਂ ਜਿਹੜੀ ਕਿ ਰੱਖਿਆ, ਠੀਕ ਹੈ। ਉੱਤਰ ਵਾਲੀ ਸਾਈਡ ਤੋਂ ਤਾਂ ਰੱਖਿਆ, ਬਟ ਜਿਵੇਂ ਆਹ ਦਿਸ਼ਾਵਾਂ ਹੋ ਗਿਆ, ਠੀਕ ਹੈ। ਇਹ ਵਾਲਾ ਹੋ ਗਿਆ ਉੱਤਰ, ਪੂਰਬ, ਦੱਖਣ, ਪੱਛਮ, ਠੀਕ ਹੈ। ਉੱਤਰ ਦੇ ਵੱਲੋਂ ਤਾਂ ਹਿਮਾਲਿਆ ਪਰਬਤ ਰੱਖਿਆ ਕਰ ਰਿਹਾ, ਬਟ ਉੱਤਰ ਤੇ ਪੱਛਮ ਇਹ ਵਾਲੇ ਏਰੀਏ ਤੋਂ ਇੱਥੋਂ ਆ ਕੇ ਹਮਲਾਵਰ ਹਮਲਾ ਕਰਦੇ ਨੇ, ਠੀਕ ਹੈ। ਉੱਤਰ ਪੱਛਮ ਇਹ ਵਾਲਾ ਏਰੀਆ, ਠੀਕ ਹੈ। ਇਹਦੇ ਵਿੱਚ ਕਿਉਂ ਹਮਲਾ ਕਰਦੇ ਨੇ, ਕਿਉਂਕਿ ਇੱਥੇ ਨੇ ਦਰੇ। ਹਿਮਾਲਿਆ ਦੇ ਉੱਤਰ ਪੱਛਮ ਵਿੱਚ ਅਨੇਕਾਂ ਦਰੇ ਨੇ। ਉਹ ਦਰੇ ਕਿਹੜੇ ਕਿਹੜੇ ਨੇ, ਖੈਬਰ, ਕੁਰਮ, ਟੋਚੀ, ਗੋਮਲ ਤੇ ਬੁਲਾਨ। ਤੇ ਇਹ ਘੱਟ ਉਚਾਈ ਵਾਲੇ ਨੇ। ਘੱਟ ਉਚਾਈ ਦੇ ਸਥਿਤ ਹੋਣ ਕਰਕੇ ਇਹਨਾਂ ਦਰਿਆਂ ਨੂੰ ਪਾਰ ਕਰਨਾ ਬਹੁਤ ਜਿਹੜਾ ਕਿ ਸੌਖਾ, ਭਾਵ ਕਿ ਕਠਿਨ ਨਹੀਂ ਹੈਗਾ। ਈਜ਼ੀਲੀ ਇਹਨਾਂ ਨੂੰ ਪਾਰ ਕਰ ਸਕਦੇ ਨੇ ਹਮਲਾਵਰ। ਤੇ ਜਿਸ ਕਰਕੇ ਇਹ ਦਰੇ ਜਿਹੜੇ ਕਿ ਹਮਲਾਵਰਾਂ ਦੇ ਲਈ ਇੱਕ ਪ੍ਰਵੇਸ਼ ਦੁਆਰ ਰਹੇ ਨੇ, ਇੱਕ ਐਂਟਰੀ ਗੇਟ ਰਹੇ ਨੇ, ਠੀਕ ਹੈ। ਵੀ ਇੱਧਰਲੀ ਸਾਈਡ ਤੋਂ ਉਹ ਆ ਕੇ ਜਿਹੜੇ ਕਿ ਹਮਲਾ ਕਰਦੇ ਰਹੇ ਨੇ। ਤੇ ਆਰੀਆ ਤੋਂ ਬਾਅਦ ਇੱਥੇ ਈਰਾਨੀ ਆਏ, ਠੀਕ ਹੈ। ਉਹਨਾਂ ਨੇ ਵੀ ਇਸ ਵਾਲੇ ਸਾਈਡ ਤੋਂ ਹੀ ਹਮਲਾ ਕੀਤਾ। ਤੇ 326 ਈਸਵੀ ਪੂਰਵ ਦੇ ਵਿੱਚ ਸਿਕੰਦਰ ਮਹਾਨ ਵੀ ਖੈਬਰ ਦਰੇ ਰਾਹੀਂ ਹੀ ਜਿਹੜੇ ਕਿ ਭਾਰਤ ਦੇ ਵਿੱਚ ਉਹਨੇ ਹਮਲਾ ਕੀਤਾ, ਖੈਬਰ ਦਰੇ ਰਾਹੀਂ। ਕਿਉਂਕਿ ਜਿਹੜੇ ਉੱਤਰ ਪੱਛਮ ਵਾਲੀ ਜਿਹੜੇ ਕਿ ਦਰੇ ਕਿਹੜੇ ਸੀ, ਖੈਬਰ, ਕੁਰਮ, ਟੋਚੀ, ਗੋਮਲ ਤੇ ਬਲਾਨ। ਇਹਨਾਂ ਦੇ ਵਿੱਚੋਂ ਖੈਬਰ ਦਰਾ ਬਹੁਤ ਜ਼ਿਆਦਾ ਫੇਮਸ ਸੀ। ਇਹਦੇ ਰਾਹੀਂ ਹੀ ਜ਼ਿਆਦਾਤਰ ਹਮਲਾਵਰ ਜਿਹੜੇ ਕਿ ਭਾਰਤ ਦੇ ਵਿੱਚ ਆ ਕੇ ਜਿਹੜੇ ਕਿ ਹਮਲਾ ਕਰਦੇ ਸੀ, ਠੀਕ ਹੈ। ਆਰੀਆ ਲੋਕ ਵੀ ਇੱਧਰੋਂ ਆਏ, ਫਿਰ ਈਰਾਨੀ ਵੀ ਇੱਥੋਂ ਆਏ, ਤੇ ਸਿਕੰਦਰ ਮਹਾਨ ਵੀ ਇੱਧਰ ਵਾਲੀ ਸਾਈਡ ਤੋਂ ਆਇਆ। ਫਿਰ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਜਿਹੜੇ ਕਿ ਪੰਜਾਬ ਦੇ ਵਿੱਚ ਵਿਦੇਸ਼ੀ ਜਾਤੀਆਂ ਨੇ ਆਪਣਾ ਰਾਜ ਸਥਾਪਿਤ ਕੀਤਾ। ਫਿਰ ਸ਼ਕ, ਕੁਸ਼ਾਨ, ਇਹਨਾਂ ਲੋਕਾਂ ਨੇ ਵੀ ਇਹਨਾਂ ਦਰਿਆ ਰਾਹੀਂ ਹੀ ਭਾਰਤ 'ਤੇ ਹਮਲਾ ਕੀਤਾ। ਤੇ ਗੁਪਤ ਕਾਲ ਦੇ ਵਿੱਚ ਫਿਰ ਹੂਣ ਜਾਤੀ ਸੀ, ਉਹਨਾਂ ਨੇ ਵੀ ਇਸ ਵਾਲੇ ਦਰੇ ਤੋਂ ਹੀ ਆ ਕੇ ਜਿਹੜੇ ਕਿ ਹਮਲਾ ਕੀਤਾ। ਬਾਅਦ ਦੇ ਵਿੱਚ ਮੁਸਲਮਾਨ ਹਮਲਾਵਰਾਂ ਨੇ ਵੀ ਇਹਨਾਂ ਰਸਤਿਆਂ ਰਾਹੀਂ, ਇਹਨਾਂ ਦਰਿਆ ਰਾਹੀਂ ਹੀ ਭਾਰਤ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਸੀ। ਅੱਗੇ ਹੈਗਾ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ। ਹਾਂਜੀ, ਆਪਣੀ ਭੂਗੋਲਿਕ ਸਥਿਤੀ ਕਰਕੇ ਜਿਹੜੇ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ। ਪੰਜਾਬ ਜਿਹੜੇ ਕਿ ਅਨੇਕਾਂ ਫੈਸਲਾਕੁਨ ਯੁੱਧਾਂ ਦਾ ਅਖਾੜਾ ਰਿਹਾ। ਇਹ ਕਿਉਂ ਰਿਹਾ ਕਿ ਪੰਜਾਬ ਨੂੰ ਭਾਰਤ ਦਾ, ਆਪਾਂ ਹੁਣੇ ਕੁਐਸਚਨ ਕੀਤਾ ਕਿ ਜਿਹੜੇ ਕਿ ਹਮਲਾਵਰ ਆ ਉੱਤਰ ਪੱਛਮ ਵਾਲੀ ਸਾਈਡ ਤੋਂ ਇੱਧਰੋਂ ਆਉਂਦੇ ਸੀ। ਤਾਂ ਜਦੋਂ ਇੱਥੋਂ ਆਉਂਦੇ ਸੀ ਤਾਂ ਤੁਸੀਂ ਭਾਰਤ ਦਾ ਜਿਹੜੇ ਕਿ ਨਕਸ਼ਾ ਦੇਖਿਆ ਹੋਣਾ, ਹੈ ਨਾ। ਭਾਰਤ ਦੇ ਨਕਸ਼ੇ ਦੇ ਵਿੱਚ ਪੰਜਾਬ ਆ ਜਿਹੜੇ ਕਿ ਇੱਥੇ ਜੇ ਸਥਿਤ ਆ, ਠੀਕ ਹੈ। ਇਹੀ ਕਿੱਧਰੋਂ ਆ ਰਹੇ ਨੇ, ਇਹ ਉੱਤਰ ਪੱਛਮ ਵਾਲੀ ਸਾਈਡ ਤੋਂ ਹੀ ਆ। ਉੱਥੇ ਹੀ ਪੰਜਾਬ ਦੀ ਜਿਹੜੀ ਕਿ ਪੋਜੀਸ਼ਨ ਬਣਦੀ ਆ। ਤਾਂ ਜਦੋਂ ਹਮਲੇਵਰ ਆਉਂਦੇ ਸੀ ਤਾਂ ਸਿੱਧਾ ਪਹਿਲਾਂ ਉਹਨਾਂ ਨੂੰ ਪੰਜਾਬੀਆਂ ਨਾਲ ਟੱਕਰ ਲੈਣੀ ਪੈਂਦੀ ਸੀ, ਕਿਉਂਕਿ ਇੱਥੇ ਪੰਜਾਬ ਸੀ, ਠੀਕ ਹੈ। ਜਦੋਂ ਆਉਂਦੇ ਸੀ ਮਤਲਬ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਟੱਕਰ ਲੈਣੀ ਪੈਂਦੀ ਸੀ, ਜਿਸ ਕਰਕੇ ਉਹ ਇੱਕ ਪ੍ਰਵੇਸ਼ ਦੁਆਰ ਹੋ ਗਿਆ, ਠੀਕ ਹੈ। ਭਾਵ ਕਿ ਇੱਕ ਐਂਟਰੀ ਗੇਟ 'ਤੇ ਜਦੋਂ ਕੋਈ ਵੀ, ਹੁਣ ਸਪੋਜ਼ ਇੱਥੇ ਐਂਟਰੀ ਗੇਟ ਆ ਤੁਹਾਡਾ, ਇਹ ਇੱਥੇ ਜਦੋਂ ਕਿ ਹਮਲਾਵਰ ਆਉਣਗੇ ਤਾਂ ਉਹਨਾਂ ਨੂੰ ਇਹਨਾਂ ਨਾਲ ਲੜਨਾ ਪਊਗਾ। ਤਾਂ ਉਹਨਾਂ ਲਈ ਇਹ ਇੱਕ ਜਿਹੜਾ ਕਿ ਪ੍ਰਵੇਸ਼ ਐਂਟਰੀ ਗੇਟ ਬਣ ਗਿਆ, ਠੀਕ ਹੈ, ਪ੍ਰਵੇਸ਼ ਦੁਆਰ ਬਣ ਗਿਆ।
ਤਾਂ ਇਹਨਾਂ ਦਰਿਆ ਨੂੰ ਜਿਹੜੇ ਕਿ ਪਾਰ ਕਰਕੇ ਹਮਲਾਵਰ ਸਭ ਤੋਂ ਪਹਿਲਾਂ ਕਿੱਥੇ ਆਉਂਦੇ ਸੀ? ਪੰਜਾਬ ਆਉਂਦੇ ਸੀ। ਤੇ ਭਾਰਤ ਦੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਕਿ ਪੰਜਾਬ ਨੂੰ ਜਿੱਤਣਾ ਜ਼ਰੂਰੀ ਹੋ ਜਾਂਦਾ ਸੀ। ਚੰਦਰਗੁਪਤ ਮੌਰੀਆ, ਸ਼ਕ, ਕੁਸ਼ਾਨ, ਹੂਣ, ਇਹਨਾਂ ਸਾਰਿਆਂ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਲੜਾਈਆਂ ਲੜੀਆਂ ਨੇ। ਤੇ ਮੁਹੰਮਦ ਗੌਰੀ, ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਜਿਹੜੇ ਕਿ ਤਰਾਇਨ ਦੀਆਂ ਜਿਹੜੀਆਂ 2 ਲੜਾਈਆਂ ਹੋਈਆਂ ਨੇ, ਠੀਕ ਹੈ, 1191-92 ਦੇ ਵਿੱਚ। ਪਹਿਲੀ ਲੜਾਈ ਦੇ ਵਿੱਚ ਜਿਹੜੇ ਕਿ ਮੁਹੰਮਦ ਗੌਰੀ ਹਾਰ ਗਿਆ ਸੀ, ਪ੍ਰਿਥਵੀਰਾਜ ਜਿੱਤ ਗਿਆ ਸੀ। ਤੇ ਦੂਜੀ ਲੜਾਈ ਦੇ ਵਿੱਚ ਪ੍ਰਿਥਵੀਰਾਜ ਚੌਹਾਨ ਹਾਰ ਗਿਆ ਸੀ ਤੇ ਮੁਹੰਮਦ ਗੌਰੀ ਜਿੱਤ ਗਿਆ ਸੀ। ਤੇ ਜਿਹੜੇ ਤਰਾਇਨ ਦੀ ਲੜਾਈਆਂ ਤੋਂ ਬਾਅਦ ਪਾਣੀਪਤ ਦੇ 3 ਲੜਾਈਆਂ ਹੋਈਆਂ। ਪਹਿਲੀ ਲੜਾਈ ਹੋਈ ਸੀ 1526 ਈਸਵੀ ਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ, ਜਿਹਦੇ ਵਿੱਚ ਬਾਬਰ ਜਿੱਤ ਗਏ ਸੀ, ਇਬਰਾਹਿਮ ਲੋਧੀ ਹਾਰ ਗਿਆ ਸੀ। ਦੂਜੀ ਹੋਈ ਸੀ 1556 ਈਸਵੀ ਦੇ ਵਿੱਚ ਅਕਬਰ ਤੇ ਹੇਮੂ ਦੇ ਵਿਚਕਾਰ, ਹੇਮੂ ਦੀ ਸੈਨਾ ਦੇ ਵਿਚਕਾਰ ਤੇ ਅਕਬਰ ਦੀ ਸੈਨਾ ਦੇ ਵਿਚਕਾਰ, ਜਿਸ ਦੇ ਵਿੱਚ ਅਕਬਰ ਦੀ ਸੈਨਾ ਜਿੱਤੀ ਸੀ। ਤੇ ਥਰਡ ਹੋਈ ਸੀ 1761 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ, ਜਿਹਦੇ ਵਿੱਚ ਮਰਾਠੇ ਹਾਰ ਗਏ ਸੀ, ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ ਸੀ। ਅੱਗੇ ਹੈਗਾ ਦਿੱਲੀ ਭਾਰਤ ਦੀ ਰਾਜਧਾਨੀ। ਹਾਂਜੀ, ਦਿੱਲੀ ਉੱਤਰੀ ਭਾਰਤ ਦੇ ਕੇਂਦਰ ਦੇ ਵਿੱਚ ਸਥਿਤ ਹੈ। ਦਿੱਲੀ ਜਿਹੜੀ ਕਿ ਉੱਤਰੀ ਭਾਰਤ ਦੇ ਕੇਂਦਰ ਦੇ ਵਿੱਚ ਸਥਿਤ ਹੈ ਤੇ ਆਪਣੀ ਸਥਿਤੀ ਦੇ ਕਾਰਨ ਕਿ ਇਹ ਨਗਰ ਪ੍ਰਾਚੀਨ ਕਾਲ ਤੋਂ ਹੀ ਭਾਰਤ ਦੀ ਰਾਜਧਾਨੀ ਬਣਿਆ ਰਿਹਾ। ਤੇ ਇਹਦਾ ਪੁਰਾਣਾ ਨਾਂ ਕੀ ਸੀ? ਇੰਦਰਪ੍ਰਸਥ ਸੀ। ਤੇ ਮਹਾਕਾਲ ਜਿਹੜਾ ਮਹਾਕਾਵ ਕਾਲ ਆ ਉਹਦੇ ਵਿੱਚ ਵੀ ਭਾਰਤ ਦੇ ਪ੍ਰਸਿੱਧ ਰਾਜਾਂ ਦੀ ਰਾਜਧਾਨੀ ਦਿੱਲੀ ਹੀ ਰਹੀ ਆ। ਜੇ ਮੌਰੀਆ ਗੁਪਤ ਸ਼ਾਸਕਾਂ ਨੇ ਆਪਣੀ ਰਾਜਧਾਨੀ ਜਿਹੜੀ ਕਿ ਪਾਟਲੀਪੁੱਤਰ ਬਣਾਈ ਹੈ ਤਾਂ ਉਹਨਾਂ ਦੀ ਇਹ ਜਿਹੜੇ ਕਿ ਭਾਰੀ ਭੁੱਲ ਮੰਨੀ ਜਾ ਭਾਵ ਕਿ ਉਹਨਾਂ ਦੀ ਇਹ ਇੱਕ ਭੁੱਲੇ ਸੀ ਵੀ ਉਹਨਾਂ ਨੇ ਜਿਹੜੇ ਕਿ ਦਿੱਲੀ ਨੂੰ ਰਾਜਧਾਨੀ ਨਹੀਂ ਬਣਾਇਆ, ਪਾਟਲੀਪੁੱਤਰ ਨੂੰ ਬਣਾਇਆ। ਇਸੇ ਤਰ੍ਹਾਂ ਮੁਹੰਮਦ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਦੀ ਬਜਾਏ ਜਦੋਂ ਦੇਵਗਿਰੀ ਬਣਾਈ ਸੀ ਤਾਂ ਉਹਨੂੰ ਬਣਾਉਣ ਦਾ ਜਿਹੜੇ ਕਿ ਇਹ ਯਤਨ ਉਹਦਾ ਪੂਰਨ ਤੌਰ ਤੇ ਅਸਫਲ ਰਿਹਾ ਸੀ। ਠੀਕ ਹੈ, ਅਗਲਾ ਹੈਗਾ ਰਾਜਨੀਤਿਕ ਏਕਤਾ ਦੀ ਘਾਟ। ਹਾਂਜੀ, ਭਾਰਤ ਦੇ ਉੱਚੇ ਪਰਬਤ, ਸੰਘਣੇ ਜੰਗਲ, ਵਿਸ਼ਾਲ ਮਾਰੂਥਲ, ਨਦੀਆਂ, ਇਹਨਾਂ ਨੇ ਭਾਰਤ ਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡਿਆ ਹੋਇਆ। ਠੀਕ ਹੈ, ਤੇ ਇਸ ਵੰਡ ਦੇ ਕਾਰਨ ਭਾਰਤੀਆਂ ਦੇ ਵਿੱਚ ਕਾਹਦੀ ਘਾਟ ਪਾਈ ਜਾਂਦੀ ਹੈ? ਏਕਤਾ ਦੀ। ਭਾਰਤੀਆਂ ਦੇ ਵਿੱਚ ਰਾਜਨੀਤਿਕ ਏਕਤਾ ਦੀ ਘਾਟ ਪਾਈ ਜਾਂਦੀ ਹੈ। ਤੇ ਅਨੇਕਾਂ ਵਾਰ ਕੁਝ ਵੱਡੇ ਵੱਡੇ ਜਿਹੜੇ ਕਿ ਸਾਮਰਾਜਾਂ ਦੀ ਸਥਾਪਨਾ ਹੋਈ ਆ, ਬਟ ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਭਾਰਤ ਦੀ ਭੂਗੋਲਿਕ ਭਿੰਨਤਾ ਜਿਹੜੀ ਕਿ ਇਹਨਾਂ ਦੇ ਵਿੱਚ ਬਣੀ ਰਹੀ ਆ। ਭਾਵ ਕਿ ਬੇਸ਼ੱਕ ਵੱਡੇ ਵੱਡੇ ਸਾਮਰਾਜ ਕਾਇਮ ਹੋਣ ਬਟ ਸਾਰਿਆਂ ਦੇ ਵਿੱਚ ਏਕਤਾ ਨਹੀਂ ਪਾਈ ਗਈ। ਠੀਕ ਹੈ, ਹੋ ਸਕਦਾ ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਭਾਰਤ ਦੇ ਵਿੱਚ ਏਕਤਾ ਦੀ ਘਾਟ ਦੇ ਕਾਰਨ ਹੀ ਉਹਨਾਂ ਨੂੰ ਸਦੀਆਂ ਤੱਕ ਜਿਹੜੇ ਕਿ ਗੁਲਾਮੀ ਦਾ ਮੂੰਹ ਦੇਖਣਾ ਪਿਆ। ਅੱਗੇ ਹੈ ਨਦੀਆਂ ਦਾ ਪ੍ਰਭਾਵ। ਹਾਂਜੀ, ਭਾਰਤ ਦੇ ਵਿੱਚ ਜਿਹੜੀਆਂ ਨਦੀਆਂ ਵਹਿੰਦੀਆਂ ਨੇ ਉਹਨਾਂ ਨੇ ਵੀ ਭਾਰਤ ਦੇ ਇਤਿਹਾਸ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਪੁਰਾਤਨ ਕਾਲ ਦੇ ਵਿੱਚ ਜਿਹੜੇ ਕਿ ਨਦੀਆਂ ਵਪਾਰ ਤੇ ਸੰਚਾਰ ਦਾ ਸਾਧਨ ਰਹੀਆਂ ਨੇ। ਠੀਕ ਹੈ, ਨਦੀਆਂ ਵਪਾਰ ਤੇ ਸੰਚਾਰ ਦਾ ਸਾਧਨ ਰਹੀਆਂ ਨੇ ਕਿਉਂਕਿ ਜਿਹੜੇ ਕਿ ਨਦੀਆਂ ਦੇ ਰਾਹੀਂ ਹੀ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਕਿ ਵਪਾਰ ਹੁੰਦਾ ਸੀ ਤੇ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਸੀ। ਤੇ ਇਹਦਾ ਮੁੱਖ ਕਾਰਨ ਸੀ ਕਿ ਉਸ ਸਮੇਂ ਆਵਾਜਾਈ ਦੇ ਸਾਧਨਾਂ ਦੀ ਜਿਹੜੇ ਕਿ ਘੱਟ ਵਿਕਸਿਤ ਹੋਏ ਸੀ। ਤੇ ਇਸ ਤੋਂ ਇਲਾਵਾ ਨਦੀਆਂ ਦੇ ਕਾਰਨ ਖੇਤੀਬਾੜੀ ਨੂੰ ਵੀ ਉਤਸ਼ਾਹ ਮਿਲਦਾ ਰਿਹਾ ਕਿਉਂਕਿ ਜਿਹੜੇ ਨਦੀਆਂ ਦੇ ਵਿੱਚ ਪਾਣੀ ਹੋਣ ਕਰਕੇ ਮਤਲਬ ਕਿ ਸਿੰਚਾਈ ਹੋ ਜਾਂਦੀ ਸੀ। ਤੇ ਇਹਨਾਂ ਨਦੀਆਂ ਦੇ ਕੰਢੇ ਤੇ ਅਨੇਕਾਂ ਪ੍ਰਸਿੱਧ ਨਗਰ ਤੇ ਰਾਜਧਾਨੀਆਂ ਵੀ ਵਸੀਆਂ ਨੇ, ਜਿਵੇਂ ਹਸਤਨਾਪੁਰ, ਪਾਟਲੀਪੁੱਤਰ, ਪ੍ਰਯਾਗ, ਵਾਰਾਣਸੀ। ਇਹਨਾਂ ਨਦੀਆਂ ਨੇ ਅਨੇਕਾਂ ਹਮਲਾਵਰਾਂ ਨੂੰ ਵੀ ਰੋਕਣ ਦੇ ਵਿੱਚ ਹੈਲਪ ਕੀਤੀ ਹੈ ਕਿਉਂਕਿ ਜਦੋਂ ਜਿਹੜੇ ਕਿ ਨਦੀਆਂ ਕਾਫੀ ਦੁਸ਼ਮਣਾਂ ਦਾ ਜਿਹੜੇ ਕਿ ਮਾਰਗਦਰਸ਼ਨ ਵੀ ਰਹੀਆਂ ਨੇ ਤੇ ਉਹਨਾਂ ਨੂੰ ਰੋਕਣ ਦਾ ਕੰਮ ਵੀ ਕੀਤਾ। ਕੰਮ ਕਿਵੇਂ ਕੀਤਾ? ਕਿਉਂਕਿ ਨਦੀਆਂ ਜਿੱਥੋਂ ਜ਼ਿਆਦਾ ਚੜਾਈ ਦੇ ਵਿੱਚ ਸੀ ਉਹਨਾਂ ਨੂੰ ਪਾਰ ਕਰਨਾ ਔਖਾ ਹੋ ਜਾਂਦਾ ਸੀ। ਅੱਗੇ ਹੈਗਾ ਜੰਗਲਾਂ, ਪਰਬਤਾਂ ਅਤੇ ਜੰਗਲਾਂ ਨੇ ਭਾਰਤ ਦੇ ਇਤਿਹਾਸ 'ਤੇ ਵੀ ਬਹੁਤ ਪ੍ਰਭਾਵ ਪਾਇਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਨੇ ਪਰਬਤਾਂ ਅਤੇ ਜੰਗਲਾਂ ਦਾ ਸਹਾਰਾ ਲੈ ਕੇ ਹੀ ਮੁਗਲਾਂ ਤੇ ਅਫਗਾਨਾਂ ਨੂੰ ਜਿਹੜੇ ਕਿ ਉਹ ਹਰਾਉਣ ਦੇ ਵਿੱਚ ਸਫਲ ਹੋਏ ਨੇ। ਮੁਗਲਾਂ ਤੇ ਅਫਗਾਨਾਂ ਨੂੰ ਨੱਕ ਨਾਲ ਛੋਲੇ ਚਬਾਏ ਨੇ, ਭਾਵ ਕਿ ਉਹਨਾਂ ਨੂੰ ਜਿਹੜੇ ਕਿ ਉਹਨਾਂ ਨੂੰ ਹਰਾਉਣ ਦੇ ਵਿੱਚ ਜਿਹੜੇ ਕਿ ਸਿੱਖ ਕਾਮਯਾਬ ਹੋਏ ਨੇ ਕਿਉਂਕਿ ਉਹ ਆਪਣੇ ਸ਼ਰਨਾਂ ਜਿਹੜੇ ਕਿ ਜੰਗਲਾਂ ਤੇ ਪਰਬਤਾਂ ਦੇ ਵਿੱਚ ਲੈ ਲੈਂਦੇ ਸੀ। ਤੇ ਮਹਾਰਾਸ਼ਟਰ ਵੀ ਪਰਬਤਿਕ ਪ੍ਰਦੇਸ਼ ਹੈ ਤੇ ਇਸੇ ਕਾਰਨ ਮਰਾਠਿਆਂ ਨਾਲ ਯੁੱਧ ਕਰਨਾ ਮੁਗਲਾਂ ਲਈ ਮਾਰੂ ਸਿੱਧ ਹੋਇਆ। ਅੱਗੇ ਹੈਗੇ ਨੇ ਸਮਾਜਿਕ ਪ੍ਰਭਾਵ। ਹਾਂਜੀ, ਸਮਾਜਿਕ ਪ੍ਰਭਾਵਾਂ ਨੂੰ ਸੰਸਕ੍ਰਿਤਿਕ ਪ੍ਰਭਾਵ ਵੀ ਕਿਹਾ ਜਾਂਦਾ। ਠੀਕ ਹੈ, ਸੰਸਕ੍ਰਿਤਿਕ ਇੰਗਲਿਸ਼ ਦੇ ਵਿੱਚ ਸੋਸ਼ਲ। ਠੀਕ ਹੈ, ਹਾਂਜੀ, ਭਾਰਤੀਆਂ ਦੇ ਵਿੱਚ ਸਹਿਣਸ਼ੀਲਤਾ ਤੇ ਪ੍ਰਾਹੁਣਾਚਾਰੀ ਦੀ ਭਾਵਨਾ। ਭਾਰਤ ਦੀਆਂ ਭੂਗੋਲਿਕ ਸਥਿਤੀਆਂ ਦੇ ਕਾਰਨ ਕਰਕੇ ਹੀ ਭਾਰਤ ਦੇ ਵਿੱਚ ਉਹ ਜਿਹੜੀ ਕਿ ਉਦਾਰਤਾ, ਸਹਿਣਸ਼ੀਲਤਾ, ਪ੍ਰਾਹੁਣਾਚਾਰੀ ਦੀ ਭਾਵਨਾ ਜਿਹੜੀ ਕਿ ਪਾਈ ਗਈ ਹੈ ਕਿਉਂਕਿ ਇੱਥੇ ਅਨੇਕਾਂ ਧਰਮਾਂ, ਜਾਤਾਂ ਤੇ ਸਮੁਦਾਵਾਂ ਦਾ ਜਨਮ ਹੋਇਆ ਤੇ ਪਰ ਸਾਰਿਆਂ ਨੇ ਇੱਕ ਦੂਜੇ ਦੇ ਪ੍ਰਤੀ ਉਦਾਰਤਾ, ਠੀਕ ਹੈ, ਨਿਮਰਤਾ, ਸਹਿਣਸ਼ੀਲਤਾ ਦਿਖਾਈ ਹੈ। ਤੇ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਧਰਮਾਂ, ਵੱਖ-ਵੱਖ ਜਾਤਾਂ ਦੇ ਹੁੰਦੇ ਹੋਏ ਵੀ ਭਾਰਤ ਦੇ ਵੱਖ-ਵੱਖ ਭਾਗਾਂ ਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਜਿਹੜੇ ਕਿ ਰਹਿੰਦੇ ਰਹੇ ਤੇ ਉਹ ਇੱਕ ਦੂਜੇ ਦੇ ਪ੍ਰਤੀ ਆਦਰ ਦੀ ਭਾਵਨਾ ਰੱਖਦੇ ਰਹੇ ਤੇ ਇੱਥੋਂ ਤੱਕ ਕਿ ਉਹਨਾਂ ਨੇ ਵਿਦੇਸ਼ੀਆਂ ਨੂੰ ਵੀ ਜਿਹੜੇ ਕਿ ਗਲੇ ਦੇ ਨਾਲ ਲਾਇਆ। ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰਨੇ ਨੇ। ਭਾਰਤੀਆਂ ਵਿੱਚ ਸਹਿਣਸ਼ੀਲਤਾ ਤੇ ਪ੍ਰਾਹੁਣਾਚਾਰੀ ਦੀ ਭਾਵਨਾ। ਦੂਜਾ, ਪੰਜਾਬ ਦੇ ਲੋਕਾਂ ਦਾ ਬਹਾਦਰ ਤੇ ਸਾਹਸੀ ਹੋਣਾ। ਹਾਂਜੀ, ਪੰਜਾਬ ਦੇ ਲੋਕਾਂ ਦਾ ਬਹਾਦਰ ਤੇ ਸਾਹਸੀ ਕਿਵੇਂ ਬਣ ਗਈ? ਕਿਉਂਕਿ ਸਭ ਤੋਂ ਪਹਿਲਾਂ ਹਮਲਾਵਰ ਜਿਹੜੇ ਕਿ ਇੱਧਰਲੀ ਸਾਈਡ ਆਉਂਦੇ ਸੀ ਜਿਸ ਕਰਕੇ
ਉਹਨਾਂ ਦਾ ਬਹਾਦਰ ਬਣਨਾ, ਉਹਨਾਂ ਦੇ ਨਾਲ ਲੜਾਈ ਲੜਨ ਦੇ ਕਰਕੇ ਜਿਹੜੇ ਕਿ ਬਹਾਦਰ ਤੇ ਨਿਡਰ ਬਣ ਗਏ। ਠੀਕ ਹੈ, ਇਹਨਾਂ ਹਮਲਿਆਂ ਦੇ ਕਾਰਨ ਬਹਾਦਰੀ, ਹੌਸਲਾ, ਨਿਡਰਤਾ, ਆਤਮ ਵਿਸ਼ਵਾਸ ਵਰਗੇ ਜਿਹੜੇ ਕਿ ਗੁਣ ਪੈਦਾ ਹੋ ਗਏ ਤੇ ਅੱਜ ਵੀ ਪੰਜਾਬੀਆਂ ਦੇ ਵਿੱਚ ਇਹ ਗੁਣ ਮੌਜੂਦ ਨੇ। ਤੇ ਅੱਗੇ ਹੋਊਗਾ ਗੰਗਾ ਦੇ ਮੈਦਾਨ ਦੇ ਲੋਕਾਂ ਦਾ ਸ਼ਾਂਤੀ ਪ੍ਰਿਆ ਹੋਣਾ। ਹਾਂਜੀ, ਪੁਰਾਣੇ ਸਮੇਂ ਤੋਂ ਹੀ ਗੰਗਾ ਦੇ ਮੈਦਾਨ ਦੇ ਲੋਕ ਨੇ ਜਿਹੜੇ ਕਿ ਉਹ ਸ਼ਾਂਤੀ ਵਾਲੇ ਲੋਕ ਨੇ। ਠੀਕ ਹੈ, ਇੱਥੇ ਇਤਿਹਾਸਿਕ ਮਹੱਤਵ ਦੇ ਬਹੁਤ ਘੱਟ ਯੁੱਧ ਹੋਏ ਨੇ, ਕਿਉਂਕਿ ਇੱਧਰ ਵਾਲੀ ਸਾਈਡ ਤੇ ਯੁੱਧ ਘੱਟ ਹੋਏ ਨੇ, ਜਿਸ ਕਰਕੇ ਇੱਥੋਂ ਦੇ ਲੋਕ ਹਮੇਸ਼ਾ ਸ਼ਾਂਤੀ ਨੂੰ ਹੀ ਪਸੰਦ ਕਰਦੇ ਨੇ, ਸ਼ਾਂਤੀ ਪ੍ਰਿਆ ਨੇ। ਤੇ ਭੂਮੀ ਦੇ ਉਪਜਾਊ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਘੱਟ ਮਿਹਨਤ ਕਰਨੀ ਪੈਂਦੀ ਹੈ। ਤੇ ਗੰਗਾ ਦੇ ਮੈਦਾਨ ਆ ਜਿਹੜੇ ਕਿ ਇਹ ਸਭ ਤੋਂ ਵੱਧ ਉਪਜਾਊ ਨੇ, ਗੰਗਾ ਦੇ ਸਿੰਧ ਦੇ ਮੈਦਾਨ, ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਘੱਟ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਭੂਮੀ ਉਪਜਾਊ ਆ। ਇਸ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਕਲਾ ਤੇ ਸਾਹਿਤ ਦੇ ਖੇਤਰ ਦੇ ਵਿੱਚ ਯੋਗਦਾਨ ਪਾਇਆ। ਅੱਗੇ ਹੈਗਾ ਦੱਖਣੀ ਭਾਰਤ ਦੇ ਲੋਕਾਂ ਦਾ ਅਲੱਗ ਰਹਿਣ ਸਹਿਣ। ਹਾਂਜੀ, ਵਿੰਧਿਆਚਲ, ਸਤਪੁੜਾ ਪਰਬਤ ਦੱਖਣੀ ਭਾਰਤ ਨੂੰ ਉੱਤਰੀ ਭਾਰਤ ਦੇ ਨਾਲੋਂ ਅਲੱਗ ਕਰਦੇ ਨੇ। ਵਿੰਧਿਆਚਲ, ਸਤਪੁੜਾ ਪਰਬਤ ਦੱਖਣੀ ਭਾਰਤ ਨੂੰ ਉੱਤਰੀ ਭਾਰਤ ਦੇ ਨਾਲੋਂ ਅਲੱਗ ਕਰਦੇ ਨੇ। ਇਹਦਾ ਕਾਰਨ ਕੀ ਹੈ ਕਿ ਦੱਖਣੀ ਭਾਰਤ ਦੇ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ, ਰੀਤੀ ਰਿਵਾਜ ਉੱਤਰੀ ਭਾਰਤ ਦੇ ਲੋਕਾਂ ਨਾਲੋਂ ਵੱਖ ਤਰ੍ਹਾਂ ਦਾ। ਅੱਗੇ ਹੈਗਾ ਮਹਾਰਾਸ਼ਟਰ ਦੇ ਲੋਕਾਂ ਦਾ ਮਿਹਨਤੀ ਤੇ ਬਹਾਦਰ ਹੋਣਾ। ਹਾਂਜੀ, ਮਹਾਰਾਸ਼ਟਰ ਦਾ ਪ੍ਰਦੇਸ਼ ਪਰਬਤੀ ਹੈ ਤੇ ਇੱਥੋਂ ਦੀ ਭੂਮੀ ਵੀ ਪਥਰੀਲੀ ਹੈ, ਜਿਸ ਕਰਕੇ ਗੁਜ਼ਾਰਾ ਕਰਨ ਦੇ ਲਈ ਇੱਥੋਂ ਦੇ ਲੋਕਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦੇ ਲੋਕ ਬਹੁਤ ਮਿਹਨਤੀ ਨੇ। ਅੱਗੇ ਆਰਥਿਕ ਪ੍ਰਭਾਵ, ਇਕਨੋਮਿਕਲ ਇਫੈਕਟ ਕੀ ਪਿਆ ਇਕਨੋਮਿਕਲ ਤੌਰ ਤੇ। ਹਾਂਜੀ, ਆਰਥਿਕ ਤੌਰ ਤੇ ਇਹਦੇ 'ਚ ਵੀ ਪਹਿਲਾਂ ਹੈਡਿੰਗ ਭਾਰਤ ਇੱਕ ਖੁਸ਼ਹਾਲ ਦੇਸ਼ ਹੈ, ਮੁੱਖ ਕਿੱਤਾ ਖੇਤੀਬਾੜੀ ਰਿਹਾ ਇੱਥੋਂ ਦਾ। ਠੀਕ ਹੈ, ਗੰਗਾ ਦੇ ਸਿੰਧ ਦੇ ਮੈਦਾਨਾਂ ਵਿੱਚ ਪ੍ਰਸਿੱਧ ਨਗਰਾਂ ਦਾ ਜਨਮ ਹੋਇਆ, ਵਿਦੇਸ਼ਾਂ ਨਾਲ ਵਪਾਰ, ਇਹ ਵਾਲੇ ਸਭ ਤੋਂ ਪਹਿਲਾਂ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ। ਹਾਂਜੀ, ਭਾਰਤ ਇੱਕ ਖੁਸ਼ਹਾਲ ਦੇਸ਼ ਰਿਹਾ। ਭਾਰਤ ਦਾ ਉੱਤਰੀ ਮੈਦਾਨ ਕਿਉਂਕਿ ਉਪਜਾਊ ਹੈ ਤੇ ਇਸ ਲਈ ਇੱਥੋਂ ਦੀ ਫਸਲ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਤੇ ਇੱਥੋਂ ਖਣਿਜ ਵੀ ਜਿਹੜੇ ਕਿ ਕਾਫੀ ਮਾਤਰਾ ਦੇ ਵਿੱਚ ਮਿਲਦੇ ਨੇ, ਜਿਸ ਕਰਕੇ ਕਾਫੀ ਸਮੇਂ ਤੱਕ ਭਾਰਤ ਇੱਕ ਅਮੀਰ ਦੇਸ਼ ਰਿਹਾ ਤੇ ਅਮੀਰ ਦੇਸ਼ ਹੋਣ ਕਰਕੇ ਭਾਰਤ ਨੂੰ ਸੋਨੇ ਦੀ ਚਿੜੀ ਦੇ ਨਾਂ ਨਾਲ ਪ੍ਰਸਿੱਧ ਰਿਹਾ ਭਾਰਤ। ਤੇ ਇੱਥੋਂ ਇਸ ਧਨ ਦੇ ਲਾਲਚ ਕਰਕੇ ਹੀ ਵਿਦੇਸ਼ੀਆਂ ਨੇ ਇੱਥੇ ਹਮਲੇ ਕੀਤੇ, ਜਿਵੇਂ ਬਾਬਰ ਨੇ 5 ਹਮਲੇ ਕੀਤੇ ਸੀ। ਠੀਕ ਹੈ, ਤੇ ਅਹਿਮਦ ਸ਼ਾਹ ਅਬਦਾਲੀ ਨੇ 8 ਹਮਲੇ ਕੀਤੇ ਸੀ, ਕਿਹਦੇ ਕਰਕੇ? ਧਨ ਦੌਲਤ ਕਰਕੇ। ਤੇ ਸ਼ਾਹਜਮਾਨ ਨੇ 4 ਹਮਲੇ ਕੀਤੇ ਸੀ। ਅੱਗੇ ਹੈਗਾ ਮੁੱਖ ਕਿੱਤਾ ਤੇ ਖੇਤੀਬਾੜੀ। ਹਾਂਜੀ, ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਰਿਹਾ? ਖੇਤੀਬਾੜੀ ਰਿਹਾ, ਐਗਰੀਕਲਚਰ ਰਿਹਾ। ਤੇ ਹਰੇਕ ਯੁੱਗ ਦੇ ਵਿੱਚ ਭਾਰਤ ਦੇ ਜ਼ਿਆਦਾਤਰ ਲੋਕ ਪਿੰਡਾਂ ਦੇ ਵਿੱਚ ਨਿਵਾਸ ਕਰਦੇ ਰਹੇ ਨੇ ਤੇ ਉਹਨਾਂ ਦਾ ਮੁੱਖ ਕਿੱਤਾ ਕਿਹੜਾ ਰਿਹਾ? ਖੇਤੀਬਾੜੀ ਰਿਹਾ। ਤੇ ਇਸ ਦਾ ਕਾਰਨ ਕੀ? ਉਹਨਾਂ ਨੂੰ ਕੁਝ ਭਾਗਾਂ ਨੂੰ ਛੱਡ ਕੇ ਭਾਰਤ ਦੀ ਭੂਮੀ ਬਹੁਤ ਉਪਜਾਊ ਰਹੀ ਹੈ। ਮਤਲਬ ਕਿ ਕੁਝ ਇਲਾਕੇ ਨੇ ਜਿੱਥੇ ਭਾਰਤ ਦੀ ਭੂਮੀ ਉਪਜਾਊ ਨਹੀਂ ਹੈਗੀ, ਬਾਕੀ ਜਿਹੜੇ ਕਿ ਕਾਫੀ ਭਾਰਤ ਦੀ ਭੂਮੀ ਜਿਹੜੀ ਕਿ ਉਪਜਾਊ ਰਹੀ ਹੈ। ਤੇ ਖੇਤੀਬਾੜੀ ਦੁਆਰਾ ਲੋਕਾਂ ਨੂੰ ਜੀਵਨ ਨਿਰਵਾਹ ਦੇ ਜਿਹੜੇ ਕਿ ਭਰਪੂਰ ਸਾਧਨ ਮੁਹੱਈਆ ਹੁੰਦੇ ਰਹੇ ਨੇ। ਤੇ ਅੱਜ ਵੀ ਭਾਰਤ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਗਿਆ? ਖੇਤੀਬਾੜੀ ਹੀ ਹੈ। ਅੱਗੇ ਹੈ ਗੰਗਾ ਤੇ ਸਿੰਧ ਦੇ ਮੈਦਾਨਾਂ ਦੇ ਵਿੱਚ ਪ੍ਰਸਿੱਧ ਨਗਰ। ਹੁਣ ਗੰਗਾ ਤੇ ਸਿੰਧ ਦੇ ਮੈਦਾਨ ਆ ਜਿਹੜੇ ਕਿ ਉਪਜਾਊ ਨੇ, ਉਪਜਾਊ ਹੋਣ ਕਰਕੇ ਉੱਥੇ ਜਿਹੜੇ ਕਿ ਫਸਲ ਦੀ ਪੈਦਾਵਾਰ ਵੀ ਜ਼ਿਆਦਾ। ਜਦੋਂ ਫਸਲ ਦੀ ਪੈਦਾਵਾਰ ਹੋਊਗੀ ਤਾਂ ਲੋਕ ਜਿਹੜੇ ਕਿ ਵਪਾਰ ਵਗੈਰਾ ਵੀ ਕਰਨਗੇ, ਜਿਸ ਕਰਕੇ ਉੱਥੇ ਪ੍ਰਸਿੱਧ ਨਗਰਾਂ ਦਾ ਜਨਮ ਹੋਇਆ, ਜਿਨ੍ਹਾਂ ਦੇ ਵਿੱਚੋਂ ਦਿੱਲੀ, ਆਗਰਾ, ਲਾਹੌਰ, ਪੇਸ਼ਾਵਰ, ਪਾਟਲੀਪੁੱਤਰ, ਕਨੌਜ, ਬਨਾਰਸ, ਇਲਾਹਾਬਾਦ, ਉਜੈਨ, ਜੈਪੁਰ, ਮੁਲਤਾਨ, ਇਹ ਸਾਰੇ ਪ੍ਰਸਿੱਧ ਨਗਰ ਬਣ ਗਏ। ਅੱਗੇ ਹੈਗਾ ਵਿਦੇਸ਼ਾਂ ਦੇ ਨਾਲ ਵਪਾਰ। ਹਾਂਜੀ, ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾ ਦੇ ਕਾਰਨ ਭਾਰਤ ਜਿਹੜੇ ਹਮੇਸ਼ਾ ਸੋਨੇ ਦੀ ਚਿੜੀ ਰਿਹਾ, ਇੱਥੋਂ ਦੀ ਭਰਪੂਰ ਪੈਦਾਵਾਰ ਰਹੀ ਹੈ, ਜਿਸ ਕਰਕੇ ਉਹ ਆਪਣਾ ਜਿਹੜੇ ਕਿ ਵਿਦੇਸ਼ਾਂ ਦੇ ਨਾਲ ਜਲ ਤੇ ਥਲ ਦੋਨਾਂ ਮਾਰਗਾਂ ਰਾਹੀਂ ਵਪਾਰ ਕਰਦਾ ਰਿਹਾ। ਤੇ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਭਾਰਤ ਤੋਂ ਗਰਮ ਮਸਾਲੇ, ਪਟਸਨ, ਖੰਡ, ਚਾਹ, ਨੀਲ, ਕਣਕ, ਕਪਾਹ ਇਹ ਸਾਰੇ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਸੀ। ਤੇ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਇਸ ਦਾ ਮੱਧ ਏਸ਼ੀਆ, ਰੋਮ, ਯੂਰਪ, ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਵਪਾਰ ਸੀ। ਅੱਗੇ ਹੈਗਾ ਧਾਰਮਿਕ ਪ੍ਰਭਾਵ, ਹਿੰਦੂ ਧਰਮ ਦਾ ਜਨਮ ਤੇ ਵਿਕਾਸ। ਹਾਂਜੀ, ਹਿੰਦੂ ਧਰਮ ਦੇ ਜਨਮ ਤੇ ਵਿਕਾਸ ਵਿੱਚ ਇੱਥੋਂ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਖਾਸ ਯੋਗਦਾਨ ਰਿਹਾ। ਰਿਗਵੇਦ ਕਾਲ ਦੇ ਵਿੱਚ ਆਰੀਆ ਲੋਕਾਂ ਨੇ ਕੁਦਰਤ ਦੇ ਵੱਖ-ਵੱਖ ਰੂਪਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਕਿ ਆਰੀਆ ਲੋਕ ਨੂੰ ਜਿਨ੍ਹਾਂ ਤੋਂ ਵੀ ਡਰ ਲੱਗਦਾ ਸੀ, ਜਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਅਜੀਬ ਲੱਗਦੀਆਂ ਸੀ, ਉਹਨਾਂ ਨੇ ਉਹਨਾਂ ਦੀ ਹੀ ਪੂਜਾ ਕਰਨੀ ਸ਼ੁਰੂ ਕਰਤੀ। ਠੀਕ ਹੈ, ਜਿਹੜੇ ਮੈਨੂੰ ਕੋਈ ਭਿਆਨਕ ਅਵਸਥਾਵਾਂ ਲੱਗਦੇ ਸੀ ਉਹਨਾਂ ਦੀ ਉਹ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਸੀ। ਤੇ ਇਸ ਤੋਂ ਇਲਾਵਾ ਆਰੀਆ ਲੋਕਾਂ ਨੇ ਪੰਜਾਬ ਦੇ ਵਿੱਚ ਹੀ ਰਿਗਵੇਦ ਦੀ ਰਚਨਾ ਕੀਤੀ ਹੈ, ਹਨਾ। ਰਿਗਵੇਦ ਤੇ ਉਹਨਾਂ ਦੇ ਦੇਵੀ ਦੇਵਤੇ ਸੀ ਵਰੁਣ, ਇੰਦਰ, ਅਗਨੀ, ਰੁਦਰ, ਸੂਰਜ। ਤੇ ਇਸ ਤੋਂ ਇਲਾਵਾ ਰਿਸ਼ੀਆਂ ਦੇ ਅਨੇਕਾਂ ਮਹਾਨ ਗ੍ਰੰਥ ਜਿਵੇਂ ਵੇਦ ਹੋ ਗਏ, 4 ਵੇਦ ਹੋ ਗਏ, ਰਾਮਾਇਣ ਦੀ ਰਚਨਾ ਵਾਲਮੀਕ ਨੇ ਕੀਤੀ, ਮਹਾਭਾਰਤ ਦੀ ਰਚਨਾ ਵੇਦ ਵਿਆਸ ਨੇ ਕੀਤੀ। ਠੀਕ ਹੈ, ਇਹ ਸਾਰੇ ਦਿੱਤੇ ਗਏ ਇਹਨਾਂ ਦੁਆਰਾ। ਉਸ ਤੋਂ ਇਲਾਵਾ ਗੰਗਾ ਦੇ ਮੈਦਾਨਾਂ ਦੇ ਵਿੱਚ ਬੁੱਧ ਤੇ ਜੈਨ ਮਤ ਦਾ ਵਿਕਾਸ ਹੋਇਆ। ਹਾਂਜੀ, 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਜਦੋਂ ਹਿੰਦੂ ਧਰਮ ਦੇ ਵਿੱਚ ਜਿਹੜੇ ਕਿ ਰੀਤੀ ਰਿਵਾਜ ਫੈਲ ਗਏ, ਕਰਮਕਾਂਡ ਜ਼ਿਆਦਾ ਹੋ ਗਏ, ਠੀਕ ਹੈ, ਜੱਗ ਜ਼ਿਆਦਾ ਹੋਣ ਲੱਗ ਗਏ, ਬਲੀਆਂ ਜ਼ਿਆਦਾ ਹੋਣ ਕਰਕੇ, ਜਿਸ ਕਰਕੇ ਗੰਗਾ ਦੇ ਮੈਦਾਨਾਂ ਦੇ ਵਿੱਚ ਜੈਨ ਤੇ ਬੁੱਧ ਧਰਮ ਦਾ ਜਨਮ ਹੋਇਆ।
ਤੇ ਇਹਨਾਂ ਨੇ ਹਿੰਦੂ ਧਰਮ ਦੇ ਵਿੱਚ ਜਿਹੜੇ ਪ੍ਰਚਲਿਤ ਬੁਰਾਈਆਂ ਸੀ ਉਹਨਾਂ ਦਾ ਜ਼ੋਰਦਾਰ ਖੰਡਨ ਕੀਤਾ, ਠੀਕ ਹੈ, ਉਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਲੋਕਾਂ ਨੂੰ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਨ ਤੇ ਆਪਸੀ ਭਾਈਚਾਰੇ ਦੀ ਭਾਵਨਾ ਦੇ ਲਈ ਪ੍ਰੇਰਨਾ ਪ੍ਰਦਾਨ ਕੀਤੀ ਬੁੱਧ ਤੇ ਜੈਨ ਧਰਮ ਨੇ। ਬੁੱਧ ਧਰਮ ਦਾ ਬਾਨੀ ਹੈਗਾ ਮਹਾਤਮਾ ਬੁੱਧ ਤੇ ਜੈਨ ਧਰਮ ਦੇ ਬਾਨੀ ਹੈਗੇ ਨੇ ਮੋਢੀ ਵਰਧਮਾਨ ਮਹਾਵੀਰ। ਅੱਗੇ ਹੈਗਾ ਨੇ ਉੱਤਰੀ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਵਧੇਰੇ ਪ੍ਰਸਾਰ। ਹੁਣ ਭਾਰਤ ਦੀ ਭੂਗੋਲਿਕ ਸਥਿਤੀ ਦੇ ਕਾਰਨ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਦੱਖਣ ਦੀ ਬਜਾਏ ਉੱਤਰ ਵਾਲੇ ਏਰੀਏ ਦੇ ਵਿੱਚ ਵਧੇਰੇ ਹੋਇਆ, ਕਿਉਂਕਿ ਮੁਸਲਿਮ ਹਮਲਾਵਰਾਂ ਨੇ ਜਿਹੜੇ ਕਿੱਧਰ ਵਾਲੀ ਸਾਈਡ ਤੋਂ ਆਉਂਦੇ ਸੀ ਉੱਤਰ ਪੱਛਮ ਵੱਲੋਂ ਹਮਲਾ ਕਰਕੇ ਉੱਤਰੀ ਭਾਰਤ ਤੇ ਹੀ ਅਧਿਕਾਰ ਕਰ ਲਿਆ ਤੇ ਇਹ ਭਾਗ ਸਦੀਆਂ ਤੱਕ ਫਿਰ ਮੁਸਲਮਾਨਾਂ ਦੇ ਅਧਿਕਾਰ ਦੇ ਵਿੱਚ ਰਿਹਾ, ਜਿਸ ਕਰਕੇ ਇੱਥੋਂ ਜਿਹੜੇ ਕਿ ਇਸਲਾਮ ਧਰਮ ਦਾ ਪ੍ਰਸਾਰ ਜ਼ਿਆਦਾ ਹੋਇਆ। ਅੱਗੇ ਹੈਗਾ ਸੱਭਿਆਚਾਰਕ ਪ੍ਰਭਾਵ, ਸੰਸਕ੍ਰਿਤਿਕ ਪ੍ਰਭਾਵ ਵੀ ਕਹਿੰਦੇ ਨੇ, ਸੱਭਿਆਚਾਰਕ ਨੂੰ ਸੰਸਕ੍ਰਿਤਿਕ ਪ੍ਰਭਾਵ ਵੀ ਕਿਹਾ ਜਾਂਦਾ। ਤੇ ਸਟੂਡੈਂਟਸ ਆਹ ਵਾਲੇ ਪੁਆਇੰਟ ਅਗਰ ਤੁਸੀਂ ਅਲੱਗ ਕੱਢਣੇ ਅਲੱਗ ਵੀ ਕੱਢ ਸਕਦੇ, ਨਹੀਂ ਤੁਸੀਂ ਇਹਨਾਂ ਨੂੰ ਸਮਾਜਿਕ ਦੇ ਨਾਲ ਹੀ ਅਟੈਚ ਕਰਕੇ ਪਾ ਸਕਦੇ ਹੋ, ਸਮਾਜਿਕ ਸੰਸਕ੍ਰਿਤਿਕ ਪ੍ਰਭਾਵ, ਠੀਕ ਹੈ, ਉੱਥੇ ਵੀ ਇਕੱਠੇ ਲਿਖ ਸਕਦੇ ਹੋ ਜਾਂ ਅਲੱਗ ਵੀ ਲਿਖ ਸਕਦੇ ਹੋ। ਹਾਂਜੀ, ਇਹਦੇ ਵਿੱਚ ਗੰਗਾ ਦਾ ਮੈਦਾਨ ਸਾਹਿਤ ਅਤੇ ਸਿੱਖਿਆ ਦਾ ਕੇਂਦਰ ਰਿਹਾ। ਆਪਣੀ ਭੂਗੋਲਿਕ ਸਥਿਤੀ ਦੇ ਕਰਕੇ ਇਹ ਹੀ ਜਿਹੜੇ ਕਿ ਗੰਗਾ ਦੇ ਮੈਦਾਨ ਆ ਜਿਹੜੇ ਕਿ ਸ਼ਾਂਤੀ ਦਾ ਮਾਹੌਲ ਰਿਹਾ, ਕਿਉਂਕਿ ਗੰਗਾ ਦੇ ਮੈਦਾਨਾਂ ਦੇ ਵਾਲੀ ਸਾਈਡ ਤੇ ਜਿਹੜੇ ਕਿ ਉਹ ਯੁੱਧਾਂ ਦੇ ਵਿੱਚ ਜ਼ਿਆਦਾ ਜਿਹੜੇ ਕਿ ਨਾ ਹੀ ਸ਼ਾਮਲ ਹੋਇਆ, ਜਿਸ ਕਰਕੇ ਇੱਧਰ ਵਾਲਾ ਏਰੀਆ ਜਿਹੜੇ ਕਿ ਸ਼ਾਂਤੀ ਦਾ ਮਾਹੌਲ ਰਿਹਾ। ਤੇ ਉੱਥੇ ਜਦੋਂ ਸ਼ਾਂਤੀ ਦਾ ਮਾਹੌਲ ਹੋਊਗਾ ਤਾਂ ਉੱਥੇ ਜਿਹੜੇ ਕਿ ਸਾਹਿਤ ਦਾ ਵੱਧ ਤੋਂ ਵੱਧ ਵਿਕਾਸ ਹੋਊਗਾ, ਠੀਕ ਹੈ, ਸਿੱਖਿਆ ਦਾ ਵਿਕਾਸ ਹੋਊਗਾ। ਤੇ ਨਲੰਦਾ, ਤਕਸ਼ੀਲਾ ਤੇ ਬਨਾਰਸ ਜਿਹੇ ਵਿਸ਼ਵ ਵਿਦਿਆਲੇ ਇਸ ਭੂਮੀ ਤੇ ਸਥਿਤ ਨੇ, ਠੀਕ ਹੈ, ਸਥਾਪਿਤ ਕੀਤੇ ਗਏ। ਨਲੰਦਾ ਯੂਨੀਵਰਸਿਟੀ, ਤਕਸ਼ੀਲਾ ਯੂਨੀਵਰਸਿਟੀ, ਬਨਾਰਸ, ਠੀਕ ਹੈ। ਤੇ ਇਹਨਾਂ ਸਿੱਖਿਆ ਕੇਂਦਰਾਂ ਦੇ ਵਿੱਚ ਵਿਦੇਸ਼ੀ ਵਿਦਿਆਰਥੀ ਵੀ ਜਿਹੜੇ ਕਿ ਸਿੱਖਿਆ ਹਾਸਿਲ ਕਰਨ ਦੇ ਲਈ ਆਉਂਦੇ ਸੀ ਤੇ ਭਾਰਤ ਨੂੰ ਅੱਜ ਵੀ ਇਹਨਾਂ ਤੇ ਜਿਹੜੇ ਕਿ ਪ੍ਰਾਊਡ ਹੈ। ਤੇ ਇੱਥੇ ਸਮੇਂ-ਸਮੇਂ ਤੇ ਅਨੇਕਾਂ ਵਿਦਵਾਨ ਕਵੀ ਪੈਦਾ ਹੋਏ ਨੇ। ਭਾਰਤ ਦੇ ਵਿਸ਼ਾਲ ਉੱਤਰੀ ਮੈਦਾਨਾਂ ਦੇ ਵਿੱਚ ਜਨਮ ਲੈਣ ਵਾਲੇ ਸਾਹਿਤਕਾਰਾਂ ਦੇ ਵਿਦਵਾਨਾਂ ਦੇ ਵਿੱਚੋਂ ਪਤੰਜਲੀ, ਠੀਕ ਹੈ, ਨਾਗਾਰਜੁਨ, ਕਾਲੀਦਾਸ, ਮੋਗਲੀਪੁੱਤਿਸ, ਵਿਸ਼ਾਖਾ ਦੱਤ, ਬਾਣ ਭੱਟ, ਚੈਤਨਿਆ ਮਹਾਪ੍ਰਭੂ, ਸੂਰਦਾਸ, ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਤੁਲਸੀਦਾਸ, ਠੀਕ ਹੈ। ਤੇ ਕਾਲੀਦਾਸ ਦੇ ਨੇ ਜਿਹੜੇ ਕਿ ਮੇਘਦੂਤ, ਸ਼ਕੁੰਤਲਾ ਅਤੇ ਸ਼ਕੁੰਤਲਾ ਵਿੱਚ ਥਾਂ-ਥਾਂ ਦੇ ਜਿਹੜੇ ਕਿ ਪ੍ਰਾਕਿਰਤਿਕ ਦ੍ਰਿਸ਼ਾਂ ਦਾ ਵਰਣਨ ਕੀਤਾ। ਬਾਕੀ ਆਪਾਂ ਇਹ ਸਾਹਿਤਿਕ ਸਰੋਤਾਂ ਦੇ ਵਿੱਚ ਕੁਐਸਚਨ ਇਹਨਾਂ ਦੇ ਪੂਰੇ ਵਿਸਥਾਰ ਨਾਲ ਹੋ ਜਾਣਗੇ। ਅੱਗੇ ਹੈ ਲਲਿਤ ਕਲਾਵਾਂ ਦਾ ਵਿਕਾਸ। ਹਾਂਜੀ, ਭਾਰਤ ਦੇ ਵੱਖ-ਵੱਖ ਜਿਹੜੇ ਕਿ ਭਾਗਾਂ ਤੋਂ ਪ੍ਰਾਪਤ ਹੋਣ ਵਾਲੇ ਅਨੇਕਾਂ ਤਰ੍ਹਾਂ ਦੇ ਪੱਥਰ, ਚਟਾਨਾਂ, ਸੰਗਮਰਮਰ, ਇਹਨਾਂ ਦੇ ਕਾਰਨ ਜਿਹੜੇ ਕਿ ਕਲਾਕਾਰਾਂ ਨੇ ਵੱਖ-ਵੱਖ ਯੁੱਗਾਂ ਦੇ ਵਿੱਚ ਮਹਿਲ ਬਣਾਏ ਨੇ, ਕਿਲਿਆਂ ਦੀ ਉਸਾਰੀ ਕਰਵਾਈ ਹੈ, ਮੰਦਿਰ, ਮਸਜਿਦਾਂ, ਮਕਬਰਿਆਂ ਤੇ ਸਤੂਪ ਤੇ ਸਤੰਭਾਂ ਦਾ ਜਿਹੜੇ ਕਿ ਆਕਰਸ਼ਕ ਉਹਨਾਂ ਨੂੰ ਰੂਪ ਪ੍ਰਦਾਨ ਕੀਤਾ। ਤੇ ਅਸ਼ੋਕ ਦੇ ਸਤੰਭ ਲੇਖ ਸਾਰਨਾਥ ਦੇ ਵਿਸ਼ਾਲ ਸ਼ੇਰ ਦੀ ਮੂਰਤੀ ਸਾਰਨਾਥ ਦੇ ਵਿੱਚ, ਠੀਕ ਹੈ, ਤੇ ਸਾਂਚੀ ਤੇ ਅਮਰਾਵਤੀ ਦੇ ਸਤੂਪ, ਗੰਧਾਰ ਤੇ ਮਥੁਰਾ ਸ਼ੈਲੀ ਦੁਆਰਾ ਤਿਆਰ ਕੀਤੇ ਗਏ ਮਹਾਤਮਾ ਬੁੱਧ ਦੀਆਂ ਮੂਰਤੀਆਂ, ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ, ਸ਼ਿਵ ਦੇ ਨਟਰਾਜ ਰੂਪ ਦੀਆਂ ਕਾਂਸੇ ਦੀਆਂ ਮੂਰਤੀਆਂ, ਜਗਨਨਾਥਪੁਰੀ ਦਾ ਵਿਸ਼ਨੂੰ ਮੰਦਿਰ, ਭੁਵਨੇਸ਼ਵਰ ਦਾ ਲਿੰਗਰਾਜ ਮੰਦਿਰ, ਖੁਜਰਾਹੋਂ ਦਾ ਕੰਦਰੀਆ ਮਹਾਦੇਵ ਮੰਦਿਰ, ਤੰਜੌਰ ਦਾ ਸ਼ਿਵ ਮੰਦਿਰ, ਆਗਰਾ ਤਾਜ ਮਹਿਲ, ਦਿੱਲੀ ਦਾ ਲਾਲ ਕਿਲ੍ਹਾ ਤੇ ਜਾਮਾ ਮਸਜਿਦ। ਇਹਨਾਂ ਨੂੰ ਦੇਖ ਕੇ ਜਿਹੜੇ ਕਿ ਵਿਅਕਤੀ ਹੈਰਾਨ ਰਹਿ ਜਾਂਦੇ ਨੇ, ਭਾਵ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਕਲਾਵਾਂ ਦਾ ਸਾਹਿਤ ਦੇ ਨਾਲ ਦੇ ਨਾਲ ਇਹਨਾਂ ਚੀਜ਼ਾਂ ਦਾ ਵੀ ਜਿਹੜੇ ਕਿ ਵਿਕਾਸ ਹੋਇਆ। ਸੋ ਇਹ ਸੀ ਤੁਹਾਡੇ ਆਨਸਰ ਜਿਹੜੇ ਕਿ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਭਾਰਤੀ ਇਤਿਹਾਸ ਉੱਤੇ ਕੀ ਪ੍ਰਭਾਵ ਆ, ਠੀਕ ਹੈ, ਤੇ ਨਾਲ ਦੀ ਨਾਲ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਸੀ। ਥੈਂਕਸ। ਐਂਡ ਦੇ ਵਿੱਚ ਸਿੱਟਾ ਜ਼ਰੂਰ ਕੱਢਣਾ, ਸਿੱਟਾ ਮਤਲਬ ਕਿ ਜੋ ਤੁਸੀਂ ਪੜ੍ਹਿਆ ਉਹਨੂੰ ਐਂਡ ਦੇ ਵਿੱਚ ਲਿਖ ਦੇਣਾ।